ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਰਾਜੀਵ ਆ। ਬਚਪਨ ਤੋਂ ਲੈ ਕੇ ਜਵਾਨੀ ਤੱਕ ਦਾ ਸਫ਼ਰ ਬੜਾ ਹੀ ਕਠਿਨ ਰਿਹਾ ਸੀ, ਕਿਉਂਕਿ ਜੋ ਬੱਚਾ ਮਾਤਾ ਪਿਤਾ ਦੇ ਬਿਨਾਂ ਆਪਣੀ ਜ਼ਿੰਦਗੀ ਗੁਜ਼ਾਰਦਾ ਹੈ ਉਸ ਦੀ ਜ਼ਿੰਦਗੀ ਬੜੀ ਮੁਸ਼ਕਲ ਨਾਲ ਗੁਜ਼ਰਦੀ ਆ। ਹਰ ਬੱਚੇ ਦੇ ਲਈ ਉਸ ਦੇ ਮਾਤਾ ਪਿਤਾ ਦਾ ਸਾਇਆ ਹੋਣਾ ਬਹੁਤ ਜ਼ਰੂਰੀ ਆ। ਜੀ ਹਾਂ, ਮੇਰੇ ਮਾਂ-ਬਾਪ ਮੈਨੂੰ ਬਚਪਨ ਵਿੱਚ ਹੀ ਛੱਡ ਕੇ ਚਲੇ ਗਏ ਸੀ। ਮੇਰਾ ਇਸ ਦੁਨੀਆ ਵਿੱਚ ਮੇਰੇ ਵੱਡੇ ਭਰਾ ਦੇ ਇਲਾਵਾ ਕੋਈ ਵੀ ਨਹੀਂ ਸੀ। ਪਹਿਲਾਂ ਤਾਂ ਮੈਂ ਆਪਣੇ ਚਾਚਾ ਚਾਚੀ ਦੇ ਨਾਲ ਰਹਿੰਦਾ ਸੀ। ਚਾਚੀ ਮੈਨੂੰ ਬਹੁਤ ਪਰੇਸ਼ਾਨ ਕਰਦੀ ਸੀ, ਕਿਉਂਕਿ ਮੈਂ 7 ਸਾਲ ਦਾ ਸੀ ਜਦੋਂ ਮੇਰੇ ਮਾਂ-ਬਾਪ ਜਿਉਂਦੇ ਸੀ। ਮੈਂ ਉਹਨਾਂ ਦੇ ਨਾਲ ਬੜੀ ਸ਼ਰਾਰਤ ਕਰਦਾ ਸੀ। ਉਹਨਾਂ ਨੇ ਮੈਨੂੰ ਕਦੇ ਨਹੀਂ ਝਿੜਕਿਆ ਸੀ। ਮੇਰੀਆਂ ਸ਼ਰਾਰਤਾਂ ਉੱਤੇ ਮੈਂ ਜੋ ਕਰਦਾ ਸੀ ਉਹ ਮੈਨੂੰ ਕਰਨ ਦਿਆ ਕਰਦੇ ਸੀ। ਉਸ ਸਮੇਂ ਮੇਰੇ ਵੱਡੇ ਭਰਾ ਦੀ ਉਮਰ 17 ਸਾਲ ਸੀ। ਅਸੀਂ ਦੋਨੋਂ ਭਰਾਵਾਂ ਦੀ ਉਮਰ ਵਿੱਚ ਪੂਰੇ 10 ਸਾਲ ਦਾ ਫਰਕ ਸੀ। ਭਰਾ ਦੇ ਜਨਮ ਦੇ ਬਾਅਦ ਕਾਫੀ ਸਮੇਂ ਤੱਕ ਮੰਮੀ ਪਾਪਾ ਨੇ ਦੂਜੀ ਔਲਾਦ ਦਾ ਇੰਤਜ਼ਾਰ ਕੀਤਾ, ਪਰ ਫਿਰ ਉਹਨਾਂ ਨੇ ਉਮੀਦ ਛੱਡ ਦਿੱਤੀ ਸੀ, ਕਿਉਂਕਿ ਕਾਫੀ ਸਾਲ ਲੰਘ ਚੁੱਕੇ ਸੀ। ਪਰ ਮੇਰਾ ਭਰਾ ਜਦੋਂ 10 ਸਾਲ ਦਾ ਹੋਇਆ ਤਾਂ ਮੇਰੀ ਮੰਮੀ ਨੂੰ ਇਹ ਖੁਸ਼ੀ ਦੁਬਾਰਾ ਮਿਲੀ ਕਿ ਉਹ ਮਾਂ ਬਣਨ ਵਾਲੀ ਆ। ਮੇਰਾ ਵੱਡਾ ਭਰਾ ਸ਼ੁਰੂ ਵਿੱਚ ਹੀ ਬਹੁਤ ਸਮਝਦਾਰ ਸੀ। ਫਿਰ ਇੱਕ ਦਿਨ ਇੱਕ ਕਰਕੇ ਮੇਰੇ ਮਾਂ-ਬਾਪ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ। ਪਹਿਲਾਂ ਪਾਪਾ ਦੀ ਮੌਤ ਹੋ ਗਈ, ਕਿਉਂਕਿ ਪਾਪਾ ਨੂੰ ਇੱਕ ਬਿਮਾਰੀ ਸੀ। ਫਿਰ ਉਸ ਦੇ ਬਾਅਦ ਮੰਮੀ ਦੀ ਮੌਤ ਹੋ ਗਈ, ਕਿਉਂਕਿ ਪਾਪਾ ਦੇ ਮਰਨ ਦੇ ਬਾਅਦ ਮੰਮੀ ਨੇ ਹੁਣ ਪਾਪਾ ਦੀ ਮੌਤ ਦਾ ਸਦਮਾ ਆਪਣੇ ਦਿਲ ਉੱਤੇ ਲਗਾ ਲਿਆ ਸੀ। ਮੇਰਾ ਬਚਪਨ ਉਸ ਦਿਨ ਦੇ ਬਾਅਦ ਤੋਂ ਖਤਮ ਹੋਣ ਲੱਗਿਆ। ਮੈਂ ਆਪਣੇ ਮਾਂ-ਬਾਪ ਨੂੰ ਬਹੁਤ ਯਾਦ ਕਰਦਾ। ਸਾਡਾ ਬਹੁਤ ਵੱਡਾ ਘਰ ਸੀ। ਚਾਚਾ ਚਾਚੀ ਸਾਡੇ ਨਾਲ ਹੀ ਰਹਿੰਦੇ ਸੀ। ਮੰਮੀ ਨੇ ਮਰਨ ਤੋਂ ਪਹਿਲਾਂ ਚਾਚੀ ਨੂੰ ਸਾਡੇ ਦੋਹਾਂ ਭਰਾਵਾਂ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਉਸ ਸਮੇਂ ਤਾਂ ਉਹਨਾਂ ਨੇ ਮੰਮੀ ਨੂੰ ਤਸੱਲੀ ਦਿੱਤੀ ਸੀ ਕਿ ਉਹ ਉਹਨਾਂ ਦੇ ਦੋਨਾਂ ਬੱਚਿਆਂ ਦਾ ਬਹੁਤ ਖਿਆਲ ਰੱਖੇਗੀ, ਪਰ ਅਜਿਹਾ ਨਹੀਂ ਹੋ ਸਕਿਆ। ਭਰਾ ਕਾਲਜ ਜਾਂਦੇ ਸੀ ਜਦ ਕਿ ਮੈਂ ਸਕੂਲ ਜਾਂਦਾ ਸੀ, ਪਰ ਮੈਂ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕਰਦਾ ਸੀ। ਮੈਨੂੰ ਅਜਿਹਾ ਲੱਗਦਾ ਸੀ ਜਿਵੇਂ ਮੰਮੀ ਪਾਪਾ ਦੇ ਇਲਾਵਾ ਮੇਰਾ ਇਸ ਦੁਨੀਆ ਵਿੱਚ ਹੋਰ ਕੋਈ ਨਹੀਂ। 1-2 ਸਾਲ ਇਸੇ ਤਰ੍ਹਾਂ ਗੁਜ਼ਰ ਗਏ। ਚਾਚਾ ਚਾਚੀ ਸਾਨੂੰ ਦੋਹਾਂ ਭਰਾਵਾਂ ਨੂੰ ਸਾਡੇ ਹਾਲ ਉੱਤੇ ਛੱਡ ਕੇ ਦੂਜੇ ਘਰ ਵਿੱਚ ਸ਼ਿਫਟ ਹੋ ਗਏ ਸੀ। ਚਾਚੀ ਨੂੰ ਲੱਗਦਾ ਸੀ ਕਿ ਉਹ ਸਾਨੂੰ ਦੋਹਾਂ ਭਰਾਵਾਂ ਦੀ ਪਰਵਰਿਸ਼ ਆਪਣੇ ਪਤੀ ਦੀ ਕਮਾਈ ਨਾਲ ਕਰ ਰਹੀ ਆ, ਇਸ ਲਈ ਉਹਨਾਂ ਨੇ ਚਾਚੇ ਤੋਂ ਸਾਡਾ ਕਿਨਾਰਾ ਕਰਵਾ ਦਿੱਤਾ। ਚਾਚੇ ਨੂੰ ਅਹਿਸਾਸ ਹੋਇਆ ਕਿ ਹੁਣ ਦੋਨੋਂ ਭਰਾ ਇਕੱਲੇ ਰਹਿ ਗਏ, ਇਸ ਲਈ ਉਹਨਾਂ ਨੇ ਭਰਾ ਦਾ ਘੱਟ ਉਮਰ ਵਿੱਚ ਹੀ ਵਿਆਹ ਕਰ ਦਿੱਤਾ। ਉਹਨਾਂ ਨੂੰ ਲੱਗਦਾ ਸੀ ਕਿ ਇਸ ਘਰ ਵਿੱਚ ਸਾਡਾ ਖਿਆਲ ਰੱਖਣ ਵਾਲੀ ਕੋਈ ਔਰਤ ਆ ਜਾਵੇਗੀ। ਇਸ ਤਰ੍ਹਾਂ ਭਰਾ ਦਾ ਵਿਆਹ 18 ਸਾਲ ਦੀ ਉਮਰ 'ਚ ਹੀ ਹੋ ਗਿਆ। ਮੇਰੀ ਭਾਬੀ ਦੀ ਉਮਰ ਵੀ ਇੰਨੀ ਸੀ। ਉਹ ਗਰੀਬ ਫੈਮਿਲੀ ਦੀ ਸੀ, ਪਰ ਬੜੀ ਹੀ ਚਲਾਕ ਸੀ। ਇੰਟਰ ਪੂਰਾ ਹੋਣ ਤੋਂ ਬਾਅਦ ਚਾਚਾ ਜੀ ਨੇ ਭਰਾ ਨੂੰ ਮਾਮੂਲੀ ਜਿਹੀ ਜੌਬ 'ਤੇ ਲਗਵਾ ਦਿੱਤਾ। ਭਰਾ ਆਪਣੀ ਪੜ੍ਹਾਈ ਵੀ ਕਰ ਰਿਹਾ ਸੀ ਤੇ ਜੌਬ ਵੀ ਕਰ ਰਿਹਾ ਸੀ, ਪਰ ਭਾਬੀ ਬਿਲਕੁਲ ਵੀ ਚੰਗੀ ਨਹੀਂ ਸੀ। ਮੈਨੂੰ ਤਾਂ ਲੱਗਦਾ ਸੀ ਕਿ ਭਾਬੀ ਦੇ ਆਉਣ ਦੇ ਬਾਅਦ ਮੈਨੂੰ ਆਪਣਾ ਕੋਈ ਸਾਥੀ ਮਿਲ ਜਾਵੇਗਾ ਜੋ ਮੇਰਾ ਖਿਆਲ ਰੱਖੇਗਾ, ਪਰ ਭਾਬੀ ਤਾਂ ਮੇਰਾ ਕੋਈ ਖਿਆਲ ਹੀ ਨਹੀਂ ਰੱਖਦੀ ਸੀ। ਉਹ ਮੇਰੇ ਨਾਲ ਢੰਗ ਨਾਲ ਗੱਲ ਵੀ ਨਹੀਂ ਕਰਦੀ ਸੀ। ਸੁਬਾਹ ਸਵੇਰੇ ਮੈਂ ਖੁਦ ਹੀ ਤਿਆਰ ਹੋ ਕੇ ਸਕੂਲ ਜਾਂਦਾ। ਹੌਲੀ ਹੌਲੀ ਮੇਰੀ ਉਮਰ 15 ਸਾਲ ਦੀ ਹੋ ਗਈ ਤੇ ਮੈਂ ਆਪਣੀ ਭਾਬੀ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਦਾ, ਪਰ ਭਾਬੀ ਕਦੇ ਮੈਨੂੰ ਮੂੰਹ ਨਹੀਂ ਲਗਾਉਂਦੀ ਸੀ। ਜਿਸ ਦਿਨ ਤੋਂ ਭਰਾ ਦਾ ਵਿਆਹ ਹੋਇਆ ਸੀ ਉਹ ਮੈਨੂੰ ਪੂਰੀ ਤਰ੍ਹਾਂ ਨਾਲ ਭੁੱਲ ਗਏ ਸੀ। ਜਦੋਂ ਤੱਕ ਚਾਚਾ ਚਾਚੀ ਸੀ ਉਦੋਂ ਤੱਕ ਉਹ ਮੇਰਾ ਥੋੜ੍ਹਾ ਬਹੁਤਾ ਖਿਆਲ ਵੀ ਰੱਖ ਲਿਆ ਕਰਦੇ, ਪਰ ਹੁਣ ਤਾਂ ਉਹਨਾਂ ਨੂੰ ਇਹੀ ਨਹੀਂ ਪਤਾ ਹੁੰਦਾ ਸੀ ਕਿ ਉਹਨਾਂ ਦਾ ਭਰਾ ਕਿੱਥੇ ਆ, ਕਿਵੇਂ ਆ ਤੇ ਕੀ ਕਰ ਰਿਹਾ। ਉਹਨਾਂ ਨੂੰ ਮੇਰੀ ਕਿਸੇ ਗੱਲ ਨਾਲ ਕੋਈ ਮਤਲਬ ਨਹੀਂ ਸੀ। ਘੱਟ ਉਮਰ ਵਿੱਚ ਉਹਨਾਂ ਦਾ ਵਿਆਹ ਹੋਣ ਦੀ ਵਜ੍ਹਾ ਨਾਲ ਉਹ ਆਪਣੀ ਪਤਨੀ ਦੇ دیਵਾਨੇ ਹੋ ਗਏ ਸੀ। ਮੈਂ ਆਪਣੇ ਕਮਰੇ ਵਿੱਚ ਸਾਰੀ ਰਾਤ ਰੋਂਦਾ ਰਹਿੰਦਾ ਤੇ ਆਪਣੀ ਮੰਮੀ ਨੂੰ ਯਾਦ ਕਰਦਾ ਰਹਿੰਦਾ ਕਿ ਉਹ ਇੰਨੀ ਜਲਦੀ ਮੈਨੂੰ ਛੱਡ ਕੇ ਕਿਉਂ ਚਲੇ ਗਏ। ਭਾਬੀ ਮੇਰਾ ਕੋਈ ਕੰਮ ਨਹੀਂ ਕਰਦੀ ਸੀ। ਉਹ ਸਿਰਫ ਆਪਣਾ ਤੇ ਭਰਾ ਦਾ ਕੰਮ ਕਰਨਾ ਹੀ ਜ਼ਰੂਰੀ ਸਮਝਦੀ ਸੀ। ਮੈਂ ਆਪਣੇ ਕੱਪੜੇ ਵੀ ਆਪਣੇ ਹੱਥਾਂ ਨਾਲ ਧੋਇਆ ਕਰਦਾ। ਇੱਕ ਦਿਨ ਮੈਂ ਆਪਣੇ ਬਿਸਤਰੇ 'ਤੇ ਬੈਠਾ ਹੋਇਆ ਰੋ ਰਿਹਾ ਸੀ, ਜਦੋਂ ਮੈਂ ਦੇਖਿਆ ਕਿ ਕਮਰੇ ਦੇ ਅੰਦਰ ਇੱਕ 15 ਸਾਲ ਦੀ ਕੁੜੀ ਆਈ। ਉਹ ਮੇਰੇ ਲਈ ਪਾਣੀ ਲੈ ਕੇ ਆਈ। ਉਸਨੇ ਸਾਈਡ ਟੇਬਲ ਉੱਤੇ ਪਾਣੀ ਦਾ ਗਲਾਸ ਰੱਖ ਦਿੱਤਾ ਤੇ ਮੈਨੂੰ ਕਹਿਣ ਲੱਗੀ, ਪਾਣੀ ਪੀ ਲਾ। ਮੈਂ ਉਸ ਦੇ ਵੱਲ ਦੇਖਿਆ ਤਾਂ ਉਸ ਨੂੰ ਕਿਹਾ, ਤੂੰ ਕੌਣ ਆ? ਕਿਉਂਕਿ ਮੈਂ ਇਸ ਕੁੜੀ ਨੂੰ ਪਹਿਲੀ ਵਾਰ ਅੱਜ ਆਪਣੇ ਘਰ ਵਿੱਚ ਦੇਖਿਆ ਸੀ। ਇਹ ਕੌਣ ਸੀ ਮੈਂ ਇਹ ਨਹੀਂ ਜਾਣਦਾ ਸੀ। ਉਸਨੇ ਮੈਨੂੰ ਦੱਸਿਆ ਕਿ ਮੈਂ ਤੇਰੀ ਭਾਬੀ ਦੀ ਛੋਟੀ ਭੈਣ ਆ, ਹੁਣ ਮੈਂ ਇਸ ਘਰ ਵਿੱਚ ਰਹੂੰਗੀ। ਮੈਨੂੰ ਉਸ ਉੱਤੇ ਗੁੱਸਾ ਆ ਗਿਆ। ਮੈਂ ਕਿਹਾ, ਤੇਰੀ ਭੈਣ ਕੀ ਘੱਟ ਸੀ ਜਿਹੜੀ ਤੂੰ ਹੁਣ ਇੱਥੇ ਆ ਗਈ ਆ? ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੀ ਕਿ ਇਹ ਤੂੰ ਕੀ ਕਹਿ ਰਿਹਾ? ਮੈਨੂੰ ਤੇਰੀ ਕੋਈ ਗੱਲ ਸਮਝ ਨਹੀਂ ਆ ਰਹੀ। ਮੈਂ ਪਾਣੀ ਦਾ ਗਲਾਸ ਚੁੱਕਿਆ ਤੇ ਕੰਧ 'ਤੇ ਡੋਲ ਦਿੱਤਾ। ਮੈਂ ਪਾਣੀ ਨਹੀਂ ਪੀਣਾ।
ਉਹ ਬੜੀ ਢੀਠ ਕੁੜੀ ਸੀ। ਮੇਰੇ ਕਮਰੇ ਵਿੱਚੋਂ ਨਿਕਲੀ ਨਹੀਂ, ਬਲਕਿ ਟੁੱਟੇ ਹੋਏ ਕੱਚ ਦੇ ਟੁਕੜਿਆਂ ਨੂੰ ਚੁੱਕ ਕੇ ਫਰਸ਼ ਸਾਫ਼ ਕਰਨ ਲੱਗੀ। ਅਗਲੇ ਦਿਨ ਫਿਰ ਤੋਂ ਮੇਰੇ ਕਮਰੇ 'ਚ ਆ ਗਈ। ਉਸ ਸਮੇਂ ਮੈਂ ਪੜ੍ਹਾਈ ਕਰ ਰਿਹਾ ਸੀ। ਮੈਨੂੰ ਪੜ੍ਹਦਾ ਹੋਇਆ ਦੇਖ ਕੇ ਉਹ ਬਹੁਤ ਹੀ ਖੁਸ਼ ਹੋ ਗਈ। ਮੈਂ ਉਸ ਨੂੰ ਕਿਹਾ, ਮੇਰੇ ਕਮਰੇ ਵਿੱਚ ਆਉਣ ਤੋਂ ਪਹਿਲਾਂ ਤੈਨੂੰ ਪਰਮਿਸ਼ਨ ਲੈਣੀ ਚਾਹੀਦੀ ਆ। ਇਸ ਤਰ੍ਹਾਂ ਕਿਸੇ ਦੇ ਕਮਰੇ ਵਿੱਚ ਵੀ ਮੂੰਹ ਚੁੱਕ ਕੇ ਨਹੀਂ ਜਾਈਦਾ। ਉਹ ਕਹਿਣ ਲੱਗੀ, ਸੌਰੀ, ਮੈਨੂੰ ਮਾफ़ ਕਰ ਦੇ। ਮੈਂ ਤੈਨੂੰ ਦਰਵਾਜ਼ੇ ਉੱਤੇ ਦੇਖਿਆ ਤਾਂ ਤੂੰ ਪੜ੍ਹ ਰਿਹਾ ਸੀ, ਤਾਂ ਮੈਨੂੰ ਬੜੀ ਖੁਸ਼ੀ ਹੋਈ। ਇਸ ਲਈ ਮੈਂ ਤੈਨੂੰ ਦੇਖਣ ਦੇ ਲਈ ਆ ਗਈ। ਮੈਂ ਕਿਹਾ, ਤੂੰ ਸਕੂਲ ਨਹੀਂ ਜਾਂਦੀ? ਤਾਂ ਉਹ ਕਹਿਣ ਲੱਗੀ, ਨਹੀਂ, ਮੈਂ ਤਾਂ ਬਚਪਨ ਤੋਂ ਹੀ ਅੱਜ ਤੱਕ ਸਕੂਲ ਨਹੀਂ ਗਈ। ਤੈਨੂੰ ਤਾਂ ਪਤਾ ਹੀ ਆ ਕਿ ਅਸੀਂ ਦੋਨੋਂ ਭੈਣਾਂ ਗਰੀਬ ਆ, ਮਾਂ-ਬਾਪ ਦੀਆਂ ਬੇਟੀਆਂ। ਨਾ ਤਾਂ ਮੇਰੀ ਦੀਦੀ ਪੜ੍ਹੀ ਲਿਖੀ ਆ ਅਤੇ ਨਾ ਹੀ ਮੈਂ ਉਸ ਨੂੰ ਕਿਹਾ, ਅੱਛਾ, ਚੰਗਾ ਹੋਇਆ ਤੇਰੀ ਦੀਦੀ ਪੜ੍ਹੀ ਲਿਖੀ ਨਹੀਂ। ਬਿਨਾਂ ਪੜ੍ਹੀ ਲਿਖੀ ਹੁੰਦੇ ਹੋਏ ਵੀ ਉਹ ਇੰਨੀ ਚਲਾਕ ਆ। ਜੇ ਪੜ੍ਹੀ ਲਿਖੀ ਹੁੰਦੀ ਤਾਂ ਨਾ ਜਾਣੇ ਕੀ ਕਰਦੀ। ਉਹ ਕਹਿ ਰਹੀ ਸੀ ਕਿ ਮੇਰੀ ਦੀਦੀ ਤੈਨੂੰ ਬਹੁਤ ਤੰਗ ਕਰਦੀ ਆ। ਮੈਂ ਕਿਹਾ, ਤੇਰੀ ਭੈਣ ਬਹੁਤ ਚਲਾਕ ਆ, ਉਹ ਮੈਨੂੰ ਪਸੰਦ ਨਹੀਂ। ਅਤੇ ਉਹ ਕਹਿਣ ਲੱਗੀ ਕਿ ਮੈਂ ਜਾਣਦੀ ਹਾਂ ਦੀਦੀ ਦਾ ਬਿਹੇਵੀਅਰ ਤੇਰੇ ਨਾਲ ਠੀਕ ਨਹੀਂ ਰਹਿੰਦਾ, ਕਿਉਂਕਿ ਮੈਂ ਕਈ ਵਾਰ ਦੀਦੀ ਨੂੰ ਜੀਜਾ ਜੀ ਦੇ ਕੋਲ ਤੇਰੀ ਬੁਰਾਈ ਕਰਦੇ ਦੇਖਿਆ। ਮੈਂ ਉਸ ਨੂੰ ਕਿਹਾ ਕਿ ਤੂੰ ਕਿਉਂ ਹਰ ਵਾਰ ਮੇਰੇ ਕਮਰੇ 'ਚ ਚਲੀ ਆਉਣੀ ਆ? ਜਾ ਇੱਥੋਂ। ਇਸ ਘਰ ਵਿੱਚ ਤੇਰੀ ਭੈਣ ਤੈਨੂੰ ਲੈਣ ਆਈ ਆ, ਇਸ ਦਾ ਮਤਲਬ ਇਹ ਨਹੀਂ ਕਿ ਤੂੰ ਮੇਰੇ ਕਮਰੇ ਵਿੱਚ ਆਪਣਾ ਕਬਜ਼ਾ ਜਮਾ ਲਵੇਂ। ਉਹ ਕਹਿਣ ਲੱਗੀ, ਨਹੀਂ, ਮੈਂ ਅਜਿਹਾ ਕੁਝ ਨਹੀਂ ਕਰੂੰਗੀ। ਮੈਂ ਕਿਚਨ ਵਿੱਚ ਸੌਂ ਜਾਂਦੀ ਆ। ਮੈਂ ਕਿਹਾ, ਆਖਰ ਤੂੰ ਕਦੋਂ ਤੱਕ ਸਾਡੇ ਘਰ ਰਹੇਂਗੀ? ਤਾਂ ਉਹ ਕਹਿਣ ਲੱਗੀ ਕਿ ਮੈਂ ਹਮੇਸ਼ਾ ਦੇ ਲਈ ਇੱਥੇ ਆ ਗਈ ਹਾਂ। ਦਰਅਸਲ ਦੀਦੀ ਦੇ ਵਿਆਹ ਦੇ ਬਾਅਦ ਮੈਂ ਇਕੱਲੀ ਰਹਿ ਗਈ ਸੀ ਅਤੇ ਹੁਣ ਕੁਝ ਮਹੀਨੇ ਪਹਿਲਾਂ ਮੇਰੇ ਮਾਂ-ਬਾਪ ਦੀ ਮੌਤ ਹੋ ਗਈ, ਕਿਉਂਕਿ ਸਾਡਾ ਘਰ ਮੱਚ ਗਿਆ ਸੀ। ਅਚਾਨਕ ਸਾਡੇ ਘਰ 'ਚ ਅੱਗ ਲੱਗ ਗਈ ਅਤੇ ਉਸ ਨਾਲ ਉਹ ਦੋਨੋਂ ਹੀ ਜਲ ਕੇ ਮਰ ਗਏ। ਉਸ ਸਮੇਂ ਮੈਂ ਘਰ ਵਿੱਚ ਮੌਜੂਦ ਨਹੀਂ ਸੀ, ਇਸ ਲਈ ਮੈਂ ਜਿਉਂਦੀ ਬਚ ਗਈ। ਅਤੇ ਫਿਰ ਦੀਦੀ ਮੈਨੂੰ ਲੈ ਕੇ ਇੱਥੇ ਆ ਗਈ। ਉਸ ਨੇ ਕਿਹਾ ਕਿ ਤੂੰ ਇਕੱਲੀ ਰਹਿ ਗਈ ਆ, ਤੂੰ ਹੁਣ ਸਾਡੇ ਘਰ ਹੀ ਰਵੇਂਗੀ। ਚੱਲ ਕੋਈ ਨਾ, ਤੂੰ ਹੁਣ ਇਸ ਨੂੰ ਆਪਣਾ ਘਰ ਹੀ ਸਮਝੀ। ਮੈਂ ਉਸ ਦੀ ਕਹਾਣੀ ਵੀ ਮੇਰੇ ਵਰਗੀ ਸੀ। ਉਹ ਵੀ ਬਿਨ ਮਾਂ-ਬਾਪ ਦੀ ਬੱਚੀ ਸੀ ਅਤੇ ਮੈਂ ਵੀ ਬਿਨ ਮਾਂ-ਬਾਪ ਦਾ, ਪਰ ਮੈਂ ਉਸ ਨਾਲ ਕਈ ਗੁਣਾ ਜ਼ਿਆਦਾ ਪਰੇਸ਼ਾਨ ਸੀ। ਉਹ ਬਹੁਤ ਭੋਲੀ ਭਾਲੀ ਸੀ। ਉਹ ਹਰ ਰਾਤ ਮੇਰੇ ਕਮਰੇ ਵਿੱਚ ਆ ਜਾਇਆ ਕਰਦੀ ਅਤੇ ਮੇਰੇ ਨਾਲ ਗੱਲਾਂ ਕਰਿਆ ਕਰਦੀ। ਮੈਨੂੰ ਉਸ ਨਾਲ ਗੱਲਾਂ ਕਰਨਾ ਚੰਗਾ ਲੱਗਦਾ ਸੀ। ਅਜਿਹਾ ਲੱਗਦਾ ਸੀ ਜਿਵੇਂ ਉਸ ਦੇ ਘਰ ਵਿੱਚ ਆ ਜਾਣ ਨਾਲ ਮੇਰਾ ਇਕੱਲਾਪਣ ਦੂਰ ਹੋ ਗਿਆ। ਪਰ ਜਦੋਂ ਇਹ ਗੱਲ ਭਾਬੀ ਨੂੰ ਪਤਾ ਚੱਲੀ ਕਿ ਉਹ ਮੈਨੂੰ ਬਹੁਤ ਸਾਰੀਆਂ ਗੱਲਾਂ ਦੱਸਦੀ ਆ, ਤਾਂ ਭਾਬੀ ਨੇ ਉਸ ਦੀ ਅਤੇ ਮੇਰੀ ਸ਼ਿਕਾਇਤ ਭਰਾ ਨੂੰ ਕਰ ਦਿੱਤੀ ਅਤੇ ਆਪਣੀ ਭੈਣ ਨੂੰ ਵੀ ਸਮਝਾਇਆ ਕਿ ਤੈਨੂੰ ਰਾਜੀਵ ਦੇ ਕਮਰੇ ਵਿੱਚ ਜਾਣ ਦੀ ਕੋਈ ਜ਼ਰੂਰਤ ਨਹੀਂ। ਉਸ ਦਾ ਨਾਮ ਦੀਪਿਕਾ ਸੀ। ਉਹ ਮੈਨੂੰ ਬਚਪਨ ਤੋਂ ਹੀ ਚੰਗੀ ਲੱਗਣ ਲੱਗੀ। ਅਸੀਂ ਦੋਹਾਂ ਦੇ ਵਿੱਚ ਗਹਿਰੀ ਦੋਸਤੀ ਹੋ ਗਈ ਅਤੇ ਫਿਰ ਇਸ ਤਰ੍ਹਾਂ ਹੌਲੀ-ਹੌਲੀ ਅਸੀਂ ਦੋਵੇਂ ਜਵਾਨ ਹੋ ਗਏ। ਪਰ ਉਹ ਹੁਣ ਮੇਰੇ ਲਈ ਦੋਸਤ ਨਹੀਂ ਰਹੀ, ਬਲਕਿ ਮੈਂ ਉਸ ਨੂੰ ਪਿਆਰ ਕਰਨ ਲੱਗਿਆ ਸੀ। ਮੇਰਾ ਪੂਰਾ ਬਚਪਨ ਉਸ ਦੇ ਨਾਲ ਗੁਜ਼ਰ ਗਿਆ। ਭਾਬੀ ਭਲਾ ਹੀ ਆਪਣੀ ਭੈਣ ਨੂੰ ਮਨਾ ਕਰਦੀ ਸੀ ਕਿ ਉਹ ਮੇਰੇ ਨਾਲ ਗੱਲ ਨਾ ਕਰਿਆ ਕਰੇ, ਪਰ ਫਿਰ ਵੀ ਚੋਰੀ ਚੁੱਪ ਕੇ ਆਪਣੀ ਭੈਣ ਨੂੰ ਝੂਠ ਬੋਲ ਕੇ ਉਹ ਮੈਨੂੰ ਮਿਲਣ ਆਉਂਦੀ, ਮੇਰਾ ਖਿਆਲ ਰੱਖਦੀ। ਜਿਸ ਦਿਨ ਤੋਂ ਮੇਰੀ ਜ਼ਿੰਦਗੀ ਵਿੱਚ ਦੀਪਿਕਾ ਆਈ ਸੀ, ਉਸ ਨੇ ਇਹ ਕਮੀ ਵੀ ਦੂਰ ਕਰ ਦਿੱਤੀ ਸੀ। ਉਹ ਮੇਰੀ ਹਰ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਖੁਆਇਸ਼ ਦਾ ਖਿਆਲ ਰੱਖਦੀ, ਮੈਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ। ਭਾਬੀ ਨੇ ਜਦੋਂ ਦੇਖਿਆ ਕਿ ਅਸੀਂ ਦੋਨੋਂ ਜਵਾਨ ਹੋ ਰਹੇ ਹਾਂ ਤਾਂ ਅਸੀਂ ਦੋਨੋਂ ਹੁਣ ਵੀ ਇੱਕ ਦੂਜੇ ਨੂੰ ਮਿਲਦੇ ਹਾਂ, ਤਾਂ ਭਾਬੀ ਨੇ ਸਾਨੂੰ ਦੋਹਾਂ ਨੂੰ ਮਿਲਣ ਤੋਂ ਰੋਕ ਲਗਾਉਣੀ ਸ਼ੁਰੂ ਕਰ ਦਿੱਤੀ। ਭਰਾ ਭਾਬੀ ਦੇ ਕੋਲ ਹੁਣ 2 ਬੱਚੇ ਸੀ। ਭਾਬੀ ਆਪਣੇ ਬੱਚਿਆਂ 'ਚ ਬਿਜ਼ੀ ਰਹਿੰਦੀ, ਇਸ ਲਈ ਉਹਨਾਂ ਨੇ ਦੀਪਿਕਾ ਉੱਤੇ ਧਿਆਨ ਦੇਣਾ ਛੱਡ ਦਿੱਤਾ। ਪਰ ਮੇਰੀ ਭਾਬੀ ਮੈਨੂੰ ਹਮੇਸ਼ਾ ਕਹਿੰਦੀ ਕਿ ਤੂੰ ਦੀਪਿਕਾ ਤੋਂ ਦੂਰ ਰਿਹਾ ਕਰ, ਕਿਉਂਕਿ ਜਦੋਂ ਮੁੰਡਾ ਕੁੜੀ ਆਪਸ ਵਿੱਚ ਮੇਲ ਜੋਲ ਰੱਖਦੇ ਆ ਤਾਂ ਲੋਕ ਇਸ ਦਾ ਗਲਤ ਮਤਲਬ ਕੱਢਦੇ ਆ। ਪਰ ਮੈਂ ਭਾਬੀ ਨੂੰ ਡਾਇਰੈਕਟ ਬੋਲ ਦਿੱਤਾ ਕਿ ਦੀਪਿਕਾ ਮੇਰੀ ਬਹੁਤ ਚੰਗੀ ਦੋਸਤ ਆ। ਮੈਂ ਉਸ ਨੂੰ ਪਸੰਦ ਕਰਨ ਲੱਗਿਆ ਅਤੇ ਦੇਖਣਾ, ਮੈਂ ਉਸ ਨਾਲ ਵਿਆਹ ਕਰਕੇ ਰਹੂੰਗਾ। ਉਸ ਦਿਨ ਭਰਾ ਘਰ ਵਿੱਚ ਮੌਜੂਦ ਨਹੀਂ ਸੀ। ਭਾਬੀ ਨੂੰ ਮੇਰੀ ਗੱਲ 'ਤੇ ਗੁੱਸਾ ਆ ਗਿਆ ਅਤੇ ਉਹਨਾਂ ਨੇ ਮੇਰੇ ਮੂੰਹ 'ਤੇ ਥੱਪੜ ਮਾਰ ਦਿੱਤਾ। ਉਹਨਾਂ ਨੇ ਕਿਹਾ ਕਿ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਭੈਣ ਦੇ ਬਾਰੇ ਵਿੱਚ ਅਜਿਹਾ ਬੋਲਣ ਦੀ? ਮੇਰੀ ਭੈਣ ਦਾ ਵਿਆਹ ਬਹੁਤ ਅਮੀਰ ਘਰ ਵਿੱਚ ਹੋਵੇਗਾ। ਤੂੰ ਦੇਖੀ, ਮੈਂ ਆਪਣੀ ਭੈਣ ਦਾ ਵਿਆਹ ਬੜੀ ਧੂਮ-ਧਾਮ ਨਾਲ ਕਰੂੰਗੀ, ਕਿਉਂਕਿ ਇਸ ਦੀ ਜ਼ਿੰਮੇਵਾਰੀ ਮੈਂ ਲਈ ਆ। ਇਸ ਲਈ ਮੈਂ ਇਸ ਦੀਆਂ ਸਾਰੀਆਂ ਖੁਸ਼ੀਆਂ ਨੂੰ ਪੂਰੀਆਂ ਕਰਕੇ ਰਹਾਂਗੀ। ਇਸ ਦੇ ਮਾਂ-ਬਾਪ ਨਹੀਂ ਹਨ ਤਾਂ ਕੀ ਹੋਇਆ, ਮੈਂ ਇਸ ਦੀ ਮਾਂ-ਬਾਪ ਬਣ ਕੇ ਇਸ ਦਾ ਵਿਆਹ ਕਰੂੰਗੀ। ਹੁਣ ਉਹ ਮੇਰੇ ਨਾਲ ਹੋਰ ਜ਼ਿਆਦਾ ਦੁਸ਼ਮਣੀ ਰੱਖਣ ਲੱਗ ਗਈ। ਉਹਨਾਂ ਨੇ ਮੇਰੀ ਇਹ ਸ਼ਿਕਾਇਤ ਭਰਾ ਨੂੰ ਕਰ ਦਿੱਤੀ। ਭਰਾ ਨੇ ਮੈਨੂੰ ਆਪਣੇ ਕਮਰੇ ਵਿੱਚ ਗੱਲ ਕਰਨ ਦੇ ਲਈ ਬੁਲਾਇਆ। ਉਹਨਾਂ ਨੇ ਕਿਹਾ ਕਿ ਤੇਰਾ ਦੀਪਿਕਾ ਦੇ ਨਾਲ ਕੁਝ ਚੱਲ ਰਿਹਾ। ਮੈਂ ਭਰਾ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਮੈਂ ਉਸ ਨੂੰ ਚਾਹੁੰਦਾ ਹਾਂ। ਭਰਾ ਨੇ ਕਿਹਾ, ਦੇਖ, ਅਜਿਹਾ ਨਹੀਂ ਹੋ ਸਕਦਾ। ਤੇਰੀ ਭਾਬੀ ਚਾਹੁੰਦੀ ਆ ਕਿ ਉਸ ਦੀ ਭੈਣ ਦਾ ਵਿਆਹ ਚੰਗੇ ਘਰ ਵਿੱਚ ਹੋਵੇ। ਤੇਰੀ ਤਾਂ ਹਾਲੇ ਨੌਕਰੀ ਵੀ ਨਹੀਂ ਲੱਗੀ, ਕਿਤੇ ਤੇਰੀ ਉਮਰ ਵੀ ਘੱਟ ਆ। ਤੈਨੂੰ ਆਪਣੀ ਨੌਕਰੀ ਅਤੇ ਪੜ੍ਹਾਈ ਲਿਖਾਈ 'ਤੇ ਧਿਆਨ ਦੇਣਾ ਚਾਹੀਦਾ।
ਅਜਿਹੀਆਂ ਗੱਲਾਂ 'ਤੇ ਨਹੀਂ। ਪਰ ਮੈਂ ਭਰਾ ਨਾਲ ਜਿੱਦ ਕੀਤੀ ਅਤੇ ਕਿਹਾ ਕਿ ਮੈਂ ਉਸ ਨੂੰ ਬਹੁਤ ਖੁਸ਼ ਰੱਖੂੰਗਾ। ਮੇਰੇ ਹੁੰਦੇ ਹੋਏ ਉਸ ਨੂੰ ਕਿਸੇ ਗੱਲ ਦੀ ਕੋਈ ਕਮੀ ਨਹੀਂ ਰਹੇਗੀ। ਦੀਪਿਕਾ ਦੀ ਖਾਤਰ ਮੈਂ ਪੜ੍ਹਾਈ ਉੱਤੇ ਖੂਬ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਅਤੇ ਕੰਪਿਊਟਰ ਕੋਰਸ ਸਿੱਖਣਾ ਵੀ ਸ਼ੁਰੂ ਕਰ ਦਿੱਤਾ ਤਾਂ ਕਿ ਆਉਣ ਵਾਲੇ ਵਕਤ ਵਿੱਚ ਮੈਨੂੰ ਨੌਕਰੀ ਮਿਲ ਜਾਵੇ ਅਤੇ ਕੋਈ ਪਰੇਸ਼ਾਨੀ ਨਾ ਹੋਵੇ। ਭਾਬੀ ਨੇ ਦੀਪਿਕਾ ਤੋਂ ਆਪਣਾ ਮੋਬਾਈਲ ਖੋਹ ਲਿਆ ਅਤੇ ਉਹ ਉਸ ਨੂੰ ਮੇਰੇ ਕਮਰੇ ਵਿੱਚ ਨਹੀਂ ਆਉਣ ਦਿੰਦੀ ਸੀ। ਪਰ ਫਿਰ ਵੀ ਦੀਪਿਕਾ ਮੈਨੂੰ ਮਿਲਣ ਦੇ ਲਈ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਂਦੀ। ਹੁਣ ਉਸ ਵਿਚਾਰੀ ਉੱਤੇ ਵੀ ਬਹੁਤ ਪਹਿਰੇ ਲੱਗਣ ਲੱਗੇ। ਭਾਬੀ ਨੇ ਉਸ ਦਾ ਜੀਣਾ ਦੁੱਭਰ ਕਰ ਦਿੱਤਾ। ਉਸ ਨੂੰ ਕਮਰੇ ਤੋਂ ਬਾਹਰ ਹੀ ਨਹੀਂ ਨਿਕਲਣ ਦਿੰਦੀ ਸੀ। ਮੈਂ ਦੀਪਿਕਾ ਨੂੰ ਅਜਿਹੀ ਹਾਲਤ ਵਿੱਚ ਨਹੀਂ ਦੇਖ ਸਕਦਾ ਸੀ। ਇੱਕ ਦਿਨ ਮੈਂ ਘਰ ਆਇਆ ਤਾਂ ਮੈਂ ਬਹੁਤ ਸਾਰੇ ਮਹਿਮਾਨਾਂ ਨੂੰ ਬੈਠਾ ਹੋਇਆ ਦੇਖਿਆ। ਇਹ ਲੋਕ ਸਗਾਈ ਕਰਨ ਦੇ ਲਈ ਆਏ ਸੀ। ਦੀਪਿਕਾ ਦਾ ਰਿਸ਼ਤਾ ਤੈਅ ਕਰ ਦਿੱਤਾ ਗਿਆ ਅਤੇ ਉਸ ਦਾ ਵਿਆਹ ਸਿਰਫ ਕੁਝ ਹੀ ਦਿਨਾਂ ਵਿੱਚ ਹੋ ਰਿਹਾ ਸੀ। ਮੈਨੂੰ ਇਹ ਸਭ ਬਰਦਾਸ਼ਤ ਨਹੀਂ ਹੋਇਆ ਤੇ ਮੈਂ ਦੀਪਿਕਾ ਦਾ ਵਿਆਹ ਕਿਸੇ ਹੋਰ ਦੇ ਨਾਲ ਹੁੰਦਾ ਹੋਇਆ ਨਹੀਂ ਦੇਖ ਸਕਦਾ ਸੀ। ਮੈਂ ਜਦੋਂ ਜ਼ਬਰਦਸਤੀ ਦੀਪਿਕਾ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਭਾਬੀ ਨੇ ਮੇਰੇ ਉੱਤੇ ਇਲਜ਼ਾਮ ਲਗਾ ਦਿੱਤਾ। ਉਹਨਾਂ ਨੇ ਭਰਾ ਨੂੰ ਕਿਹਾ ਕਿ ਤੁਹਾਡਾ ਭਰਾ ਮੇਰੀ ਭੈਣ 'ਤੇ ਗੰਦੀ ਨਜ਼ਰ ਪਾਉਂਦਾ। ਇਸ ਦੇ ਹੁੰਦੇ ਹੋਏ ਮੇਰੀ ਭੈਣ ਇਸ ਘਰ ਵਿੱਚ ਸੇਫ ਨਹੀਂ। ਜਦੋਂ ਤੱਕ ਮੇਰੀ ਭੈਣ ਦਾ ਵਿਆਹ ਨਹੀਂ ਹੋ ਜਾਂਦਾ ਤੁਸੀਂ ਇਸ ਨੂੰ ਚਾਚਾ ਜੀ ਦੇ ਘਰ ਭੇਜ ਦਿਓ। ਪਰ ਮੈਂ ਉਸ ਦਿਨ ਘਰ ਵਿੱਚ ਬਹੁਤ ਹੰਗਾਮਾ ਕੀਤਾ ਤੇ ਉੱਚੀ ਉੱਚੀ ਰੌਲਾ ਪਾਇਆ ਤੇ ਕਿਹਾ ਕਿ ਦੀਪਿਕਾ ਤੂੰ ਬਾਹਰ ਆ, ਮੈਂ ਤੈਨੂੰ ਕਿਸੇ ਹੋਰ ਦੀ ਹੁੰਦੇ ਹੋਏ ਨਹੀਂ ਦੇਖ ਸਕਦਾ। ਭਾਬੀ ਨੇ ਭਰਾ ਨੂੰ ਕਿਹਾ ਕਿ ਇਹ ਸਿਰਫ ਮੇਰੀ ਭੈਣ ਨੂੰ ਆਪਣੀਆਂ ਗੱਲਾਂ 'ਚ ਲੈਣ ਦੀ ਕੋਸ਼ਿਸ਼ ਕਰ ਰਿਹਾ। ਉਹ ਬਹੁਤ ਸਿੱਧੀ ਸਾਦੀ ਆ, ਉਹ ਤਾਂ ਇਸ ਦੇ ਵੱਲ ਨਜ਼ਰ ਝੁੱਕ ਕੇ ਵੀ ਨਹੀਂ ਦੇਖਦੀ। ਭਰਾ ਨੇ ਜਦੋਂ ਦੀਪਿਕਾ ਨੂੰ ਬੁਲਾਇਆ ਤੇ ਉਸ ਨੂੰ ਇਹ ਸਵਾਲ ਕੀਤਾ ਕਿ ਤੂੰ ਸੱਚਮੁੱਚ ਹੀ ਰਾਜੀਵ ਨੂੰ ਪਿਆਰ ਕਰਦੀ ਆ, ਤਾਂ ਇਹ ਦੇਖ ਕੇ ਮੇਰੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਕਿ ਦੀਪਿਕਾ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਮੈਨੂੰ ਉਮੀਦ ਨਹੀਂ ਸੀ ਕਿ ਦੀਪਿਕਾ ਅਜਿਹਾ ਵੀ ਕਰ ਸਕਦੀ ਆ। ਮੈਨੂੰ ਤਾਂ ਲੱਗਿਆ ਕਿ ਉਹ ਭਰਾ ਦੇ ਸਾਹਮਣੇ ਸਾਫ਼ ਦੱਸ ਦੇਵੇਗੀ ਕਿ ਉਹ ਮੈਨੂੰ ਪਿਆਰ ਕਰਦੀ ਆ, ਪਰ ਉਹ ਤਾਂ ਸਭ ਦੇ ਸਾਹਮਣੇ ਸਾਫ਼ ਮੁੱਕਰ ਗਈ। ਭਾਬੀ ਨੇ ਕਿਹਾ ਦੱਸ ਆਪਣੇ ਜੀਜਾ ਜੀ ਨੂੰ ਕਿ ਉਹਨਾਂ ਦਾ ਭਰਾ ਤੈਨੂੰ ਪਰੇਸ਼ਾਨ ਕਰਦਾ। ਭਰਾ ਨੇ ਦੀਪਿਕਾ ਦੇ ਵੱਲ ਦੇਖਿਆ ਤਾਂ ਦੀਪਿਕਾ ਨੇ ਕਿਹਾ ਕਿ ਹਾਂਜੀ ਤੁਹਾਡਾ ਭਰਾ ਮੈਨੂੰ ਬਹੁਤ ਪਰੇਸ਼ਾਨ ਕਰਦਾ। ਇਹ ਗੱਲ ਸੁਣ ਕੇ ਮੈਂ ਦੀਪਿਕਾ 'ਤੇ ਭੜਕ ਉੱਠਿਆ। ਮੈਂ ਕਿਹਾ ਕਿਸ ਤਰ੍ਹਾਂ ਦੀ ਕੁੜੀ ਆ, ਬਚਪਨ ਤੋਂ ਲੈ ਕੇ ਹੁਣ ਤੱਕ ਤੂੰ ਮੈਨੂੰ ਪਿਆਰ ਕਰਦੀ ਆਈ ਆ ਤੇ ਅੱਜ ਸਭ ਦੇ ਸਾਹਮਣੇ ਝੂਠ ਬੋਲ ਰਹੀ ਆ। ਦੀਪਿਕਾ ਕਹਿਣ ਲੱਗੀ ਕਿ ਮੈਂ ਸਿਰਫ ਤੇਰੀ ਚੰਗੀ ਦੋਸਤ ਆ, ਮੈਂ ਤੈਨੂੰ ਪਿਆਰ ਨਹੀਂ ਕਰਦੀ। ਮੈਂ ਉਸ ਦੀ ਇਸ ਗੱਲ ਉੱਤੇ ਜ਼ੋਰ-ਜ਼ੋਰ ਨਾਲ ਰੌਲਾ ਪਾਉਣ ਲੱਗਿਆ ਜਦੋਂ ਭਰਾ ਨੇ ਮੇਰੇ ਮੂੰਹ 'ਤੇ ਇੱਕ ਜ਼ੋਰ ਨਾਲ ਥੱਪੜ ਮਾਰ ਦਿੱਤਾ ਤੇ ਕਹਿਣ ਲੱਗੇ ਕਿ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ। ਤੂੰ ਤਾਂ ਕਹਿੰਦਾ ਸੀ ਕਿ ਉਹ ਵੀ ਤੈਨੂੰ ਪਿਆਰ ਕਰਦੀ ਆ, ਪਰ ਅੱਜ ਉਹ ਆਪਣੇ ਮੂੰਹ ਤੋਂ ਇਨਕਾਰ ਕਰ ਰਹੀ ਆ। ਮੈਂ ਭਰਾ ਨੂੰ ਕਿਹਾ ਕਿ ਵੀਰੇ ਜ਼ਰੂਰ ਭਾਬੀ ਨੇ ਇਸ ਨੂੰ ਮੇਰੇ ਖਿਲਾਫ ਭੜਕਾਇਆ, ਇਹ ਇਸ ਦੇ ਸ਼ਬਦ ਨਹੀਂ। ਭਾਬੀ ਕਹਿਣ ਲੱਗੀ ਦੇਖੋ ਹੁਣ ਤੇਰਾ ਭਰਾ ਮੇਰੇ ਉੱਤੇ ਇਲਜ਼ਾਮ ਲਗਾ ਰਿਹਾ। ਮੈਂ ਕਹਿੰਦੀ ਸੀ ਨਾ ਕਿ ਬਹੁਤ ਵਿਗੜ ਗਿਆ, ਪਰ ਤੁਸੀਂ ਮੇਰੀ ਕਦੇ ਗੱਲ ਹੀ ਨਹੀਂ ਸੁਣੀ। ਉਸ ਦਿਨ ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਆਪਣੇ ਗੁੱਸੇ ਉੱਤੇ ਕੰਟਰੋਲ ਨਹੀਂ ਕਰ ਪਾ ਰਿਹਾ ਸੀ। ਭਾਬੀ ਨੇ ਵੀ ਮੈਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਭਰਾ ਨੂੰ ਵੀ ਇਸ ਗੱਲ ਦਾ ਉੱਤੇ ਬਹੁਤ ਗੁੱਸਾ ਆਇਆ ਤੇ ਭਰਾ ਨੇ ਜ਼ਬਰਦਸਤੀ ਮੈਨੂੰ ਧੱਕੇ ਮਾਰ ਕੇ ਘਰ 'ਚੋਂ ਕੱਢ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਦੀਪਿਕਾ ਦਾ ਵਿਆਹ ਨਹੀਂ ਹੋ ਜਾਂਦਾ ਉਦੋਂ ਤੱਕ ਇਸ ਘਰ ਵਿੱਚ ਤੇਰੇ ਲਈ ਕੋਈ ਜਗ੍ਹਾ ਨਹੀਂ। ਮੈਨੂੰ ਆਪਣੇ ਭਰਾ ਉੱਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਆਪਣੀ ਪਤਨੀ ਦੀਆਂ ਗੱਲਾਂ ਵਿੱਚ ਇੰਨਾ ਯਕੀਨ ਕਰ ਸਕਦਾ ਕਿ ਉਹਨਾਂ ਨੂੰ ਆਪਣੇ ਛੋਟੇ ਭਰਾ ਦੀ ਗੱਲ ਉੱਤੇ ਯਕੀਨ ਨਹੀਂ ਕੀਤਾ। ਮੈਨੂੰ ਦੀਪਿਕਾ ਤੋਂ ਵੀ ਨਫ਼ਰਤ ਹੋਣ ਲੱਗੀ ਤੇ ਉਸ ਨੂੰ ਮੇਰੇ ਉੱਤੇ ਇੱਕ ਵਾਰ ਵੀ ਤਰਸ ਨਹੀਂ ਆਇਆ। ਉਸ ਨੇ ਭਰਾ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ, ਉਹ ਮੈਨੂੰ ਘਰ ਤੋਂ ਨਾ ਕੱਢੇ। ਉਸ ਦੇ ਦਿਲ ਵਿੱਚ ਥੋੜ੍ਹਾ ਜਿਹਾ ਵੀ ਅਹਿਸਾਸ ਨਹੀਂ ਹੋਇਆ ਇਹ ਸਭ ਕੁਝ ਉਸ ਦੀ ਵਜ੍ਹਾ ਨਾਲ ਹੋ ਰਿਹਾ ਸੀ। ਜੇ ਉਹ ਭਰਾ ਦੇ ਸਾਹਮਣੇ ਕਹਿ ਦਿੰਦੀ ਕਿ ਮੈਂ ਉਸ ਨੂੰ ਪਿਆਰ ਕਰਦੀ ਹਾਂ ਤਾਂ ਸ਼ਾਇਦ ਭਰਾ ਸਾਡੇ ਦੋਹਾਂ ਦਾ ਵਿਆਹ ਕਰਵਾ ਦਿੰਦਾ। ਖੈਰ ਮੈਂ ਆਪਣੇ ਦੋਸਤ ਦੇ ਘਰ ਆ ਗਿਆ। ਉਸ ਨੂੰ ਜਾ ਕੇ ਮੈਂ ਆਪਣੀ ਸਾਰੀ ਪਰੇਸ਼ਾਨੀ ਦੱਸੀ ਤਾਂ ਉਹ ਕਹਿਣ ਲੱਗਿਆ ਦੀਪਿਕਾ ਨੂੰ ਤੇਰੇ ਨਾਲ ਅਜਿਹਾ ਨਹੀਂ ਕਰਨਾ ਚਾਹੀਦਾ ਸੀ, ਉਸ ਨੇ ਸੱਚਮੁੱਚ ਤੇਰੇ ਨਾਲ ਬਹੁਤ ਗਲਤ ਕੀਤਾ। ਮੇਰੇ ਦੋਸਤ ਨੇ ਮੈਨੂੰ ਇੱਕ ਬੜਾ ਹੀ ਜ਼ਬਰਦਸਤ ਪਲਾਨ ਦੱਸਿਆ ਜਿਸ ਵਿੱਚ ਦੀਪਿਕਾ ਮੇਰੀ ਹੋ ਸਕਦੀ ਸੀ। ਹੁਣ ਮੈਂ ਸੋਚ ਲਿਆ ਕਿ ਮੈਂ ਦੀਪਿਕਾ ਤੋਂ ਉਸ ਦਾ ਬਦਲਾ ਲੈ ਕੇ ਰਹੂੰਗਾ। ਮੈਂ ਉਸ ਨੂੰ ਕਿਸੇ ਹੋਰ ਦੀ ਨਹੀਂ ਹੋਣ ਦੇਵਾਂਗਾ। ਮੈਨੂੰ ਹੁਣ ਉਸ ਦਾ ਵਿਆਹ ਵਾਲੇ ਦਿਨ ਦਾ ਇੰਤਜ਼ਾਰ ਸੀ, ਪਰ ਮੈਂ ਉਸ ਦੇ ਵਿਆਹ ਵਿੱਚ ਇੱਕ ਦਿਨ ਪਹਿਲਾਂ ਹੀ ਆਪਣੇ ਘਰ ਚਲਾ ਗਿਆ। ਮੈਂ ਜਦੋਂ ਦਰਵਾਜ਼ਾ ਖੜਕਾਇਆ ਤਾਂ ਦਰਵਾਜ਼ਾ ਭਰਾ ਨੇ ਖੋਲ੍ਹਿਆ। ਭਰਾ ਨੂੰ ਮੇਰੀ ਸ਼ਕਲ ਦੇਖ ਕੇ ਬਹੁਤ ਗੁੱਸਾ ਆਇਆ, ਪਰ ਮੈਂ ਭਰਾ ਦੇ ਪੈਰਾਂ 'ਚ ਡਿੱਗ ਪਿਆ ਤੇ ਮੈਂ ਉਸ ਤੋਂ ਮਾफ़ੀ ਮੰਗੀ। ਮੈਂ ਕਿਹਾ ਕਿ ਵੀਰੇ ਮੈਨੂੰ ਮਾफ़ ਕਰ ਦੇ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ, ਉਸ ਦੇ ਲਈ ਮੈਨੂੰ ਮਾफ़ ਕਰ ਦਿਓ। ਤੇ ਵੈਸੇ ਵੀ ਹੁਣ ਤਾਂ ਦੀਪਿਕਾ ਦਾ ਵਿਆਹ ਹੋਣ ਜਾ ਰਿਹਾ, ਤੁਸੀਂ ਮੈਨੂੰ ਦੀਪਿਕਾ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੋਣ ਦੇਵੋਗੇ। ਭਰਾ ਤਾਂ ਚੁੱਪ ਸੀ। ਇੰਨੇ ਵਿੱਚ ਹੀ ਭਾਬੀ ਆ ਗਈ। ਉਹਨਾਂ ਨੇ ਭਰਾ ਨੂੰ ਕਿਹਾ ਕਿ ਕੱਢ ਦਿਓ ਇਸ ਮੁੰਡੇ ਨੂੰ ਇੱਥੋਂ। ਜਿੱਥੋਂ ਤੱਕ ਮੇਰੀ ਭੈਣ ਦਾ ਵਿਆਹ ਨਹੀਂ ਹੋ ਜਾਂਦਾ ਉਦੋਂ ਤੱਕ ਇਸ ਨੂੰ ਇੱਥੇ ਆਉਣ ਦੀ ਕੋਈ ਜ਼ਰੂਰਤ ਨਹੀਂ। ਮੈਂ ਭਾਬੀ ਦੀ ਤੋਂ ਵੀ ਮਾफ़ੀ ਮੰਗੀ ਤੇ ਭਾਬੀ ਨੂੰ ਕਿਹਾ ਕਿ ਪਲੀਜ਼ ਭਾਬੀ
ਮੈਨੂੰ ਮਾफ़ ਕਰ ਦਿਓ। ਦੀਪਿਕਾ ਮੇਰੀ ਦੋਸਤ ਆ, ਮੈਂ ਉਸ ਦੇ ਵਿਆਹ ਵਿੱਚ ਸ਼ਾਮਲ ਹੋਣਾ ਚਾਹੁੰਦਾ। ਮੇਰੇ ਭਰਾ ਵੀ ਇਕੱਲੇ ਹਨ, ਵਿਆਹ ਵਿੱਚ ਢੇਰ ਸਾਰੇ ਕੰਮ ਹੁੰਦੇ ਆ, ਉਹ ਇਕੱਲੇ ਕੀ ਕੰਮ ਕਰਨਗੇ ਅਤੇ ਮੈਂ ਉਹਨਾਂ ਦੀ ਮਦਦ ਕਰਨਾ ਚਾਹੁੰਦਾ, ਆਪਣੀ ਗਲਤੀ ਦਾ ਪਛਤਾਤਾਪ ਕਰਨਾ ਚਾਹੁੰਦਾ। ਮੇਰੀ ਗੱਲ ਸੁਣ ਕੇ ਭਾਬੀ ਦੇ ਚਿਹਰੇ ਉੱਤੇ ਮੁਸਕਰਾਹਟ ਆ ਗਈ ਅਤੇ ਉਹਨਾਂ ਨੇ ਇਸ ਗੱਲ ਦਾ ਯਕੀਨ ਕਰ ਲਿਆ ਕਿ ਦੀਪਿਕਾ ਦੀ ਮੁਹੱਬਤ ਦਾ ਭੂਤ ਮੇਰੇ ਦਿਮਾਗ 'ਚੋਂ ਉਤਰ ਗਿਆ। ਭਰਾ ਤੇ ਭਾਬੀ ਨੇ ਮੈਨੂੰ ਮਾफ़ ਕਰ ਦਿੱਤਾ ਸੀ। ਮੈਂ ਦੀਪਿਕਾ ਦੇ ਵਿਆਹ ਵਿੱਚ ਸਾਰੇ ਕੰਮਾਂ 'ਚ ਵੱਧ ਚੜ੍ਹ ਕੇ ਹਿੱਸਾ ਲਿਆ। ਮੈਂ ਹਰ ਕੰਮ ਨੂੰ ਖੁਦ ਹੀ ਕਰ ਰਿਹਾ ਸੀ। ਮੈਂ ਦੇਖਿਆ ਕਿ ਦੀਪਿਕਾ ਦੀਆਂ ਅੱਖਾਂ 'ਚ ਮੇਰੇ ਲਈ ਮੁਹੱਬਤ ਸੀ, ਉਸ ਦੀਆਂ ਅੱਖਾਂ 'ਚ ਹੰਝੂ ਵੀ ਸੀ। ਉਹ ਮੇਰੇ ਨਾਲ ਕੋਈ ਗੱਲ ਨਹੀਂ ਕਰ ਰਹੀ ਸੀ, ਬਸ ਇਸ ਤਰ੍ਹਾਂ ਰਿਐਕਟ ਕਰ ਰਹੀ ਸੀ ਜਿਵੇਂ ਉਹ ਇਸ ਵਿਆਹ ਤੋਂ ਬਹੁਤ ਖੁਸ਼ ਆ। ਮੈਂ ਵੀ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣ ਦਿੱਤਾ। ਆਖਰਕਾਰ ਮੈਂ ਇੱਕ ਆਪਣੇ ਦੋਸਤ ਦਾ ਪਲਾਨ ਬਣਾ ਕੇ ਆਇਆ ਸੀ ਜਿਸ ਵਿੱਚ ਮੈਨੂੰ ਕਾਮਯਾਬ ਹੋਣਾ ਸੀ। ਦੀਪਿਕਾ ਦਾ ਵਿਆਹ ਦਾ ਦਿਨ ਆ ਗਿਆ ਅਤੇ ਉਸ ਦੀ ਬਰਾਤ ਆਉਣ ਵਿੱਚ 2 ਘੰਟੇ ਰਹਿ ਗਏ। ਜਦੋਂ ਭਰਾ ਨੇ ਮੈਨੂੰ ਇਹ ਕੰਮ ਸੌਂਪਿਆ ਸੀ ਕਿ ਦੀਪਿਕਾ ਨੂੰ ਪਾਰਲਰ ਵਿੱਚੋਂ ਲੈ ਆਵੀਂ ਅਤੇ ਉਸ ਨੂੰ ਲਿਜਾ ਕੇ ਮੈਰਿਜ ਹਾਲ ਵਿੱਚ ਪਹੁੰਚਾ ਦੇਵੀਂ, ਮੈਂ ਭਰਾ ਨੂੰ ਕਿਹਾ, ਹਾਂ ਵੀਰੇ, ਅਜਿਹਾ ਹੀ ਹੋਵੇਗਾ। ਮੈਂ ਉਸ ਨੂੰ ਲੈਣ ਦੇ ਲਈ ਪਾਰਲਰ ਚਲਾ ਗਿਆ ਅਤੇ ਉਹ ਦੁਲਹਨ ਬਣ ਕੇ ਬਹੁਤ ਹੀ ਸੋਹਣੀ ਲੱਗ ਰਹੀ ਸੀ, ਪਰ ਉਸ ਦੇ ਚਿਹਰੇ ਉੱਤੇ ਬਿਲਕੁਲ ਵੀ ਮੁਸਕਰਾਹਟ ਨਹੀਂ ਸੀ। ਮੈਂ ਉਸ ਨਾਲ ਕੋਈ ਗੱਲ ਨਹੀਂ ਕੀਤੀ, ਉਸ ਨੂੰ ਗੱਡੀ 'ਚ ਬੈਠਣ ਦਾ ਇਸ਼ਾਰਾ ਕੀਤਾ ਅਤੇ ਉਹ ਮੇਰੇ ਨਾਲ ਬੈਠ ਗਈ ਅਤੇ ਸਾਰੇ ਰਸਤੇ ਉਸਨੇ ਮੇਰੇ ਨਾਲ ਕੋਈ ਗੱਲ ਨਾ ਕੀਤੀ। ਥੋੜ੍ਹੀ ਦੂਰ ਉੱਤੇ ਜਾ ਕੇ ਮੈਂ ਗੱਡੀ ਰੋਕ ਲਈ ਅਤੇ ਉਸ ਨੂੰ ਕਿਹਾ ਕਿ ਤੂੰ ਬਹੁਤ ਖੁਸ਼ ਹੋਵੇਂਗੀ ਨਾ ਆਪਣੇ ਵਿਆਹ ਤੋਂ। ਮੈਨੂੰ ਵੀ ਖੁਸ਼ੀ ਹੋ ਰਹੀ ਆ ਕਿ ਅੱਜ ਤੂੰ ਕਿਸੇ ਹੋਰ ਦੀ ਪਤਨੀ ਬਣਨ ਜਾ ਰਹੀ ਆ। ਵੈਸੇ ਤੂੰ ਮੇਰੇ ਨਾਲ ਬਹੁਤ ਚੰਗਾ ਖੇਡ ਖੇਡਿਆ। ਦੀਪਿਕਾ ਕਹਿਣ ਲੱਗੀ, ਤੇਰਾ ਕੀ ਮਤਲਬ? ਅਚਾਨਕ ਤੂੰ ਮੇਰੇ ਵਿਆਹ ਲਈ ਇੰਨਾ ਖੁਸ਼ ਕਿਵੇਂ ਹੋ ਸਕਦਾ? ਮੈਂ ਕਿਹਾ, ਮਜਬੂਰ ਹਾਂ ਖੁਸ਼ ਹੋਣ ਉੱਤੇ। ਆਖਰਕਾਰ ਤੂੰ ਮੇਰੀ ਬਚਪਨ ਦੀ ਦੋਸਤ ਆ, ਤੇਰੇ ਵਿਆਹ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ, ਇਸ ਲਈ ਭਰਾ ਭਾਬੀ ਤੋਂ ਮਾफ़ੀ ਮੰਗਣੀ ਪਈ। ਮੇਰੀ ਗੱਲ ਸੁਣ ਕੇ ਦੀਪਿਕਾ ਉੱਚੀ ਉੱਚੀ ਰੋਣ ਲੱਗੀ। ਮੈਂ ਕਿਹਾ, ਹੁਣ ਤੇਰੇ ਰੋਣ ਦਾ ਕੋਈ ਫਾਇਦਾ ਨਹੀਂ। ਮੈਂ ਪਾਣੀ ਦੀ ਬੋਤਲ ਚੁੱਕੀ ਅਤੇ ਉਸ ਨੂੰ ਪੀਣ ਦੇ ਲਈ ਦਿੱਤੀ। ਦੀਪਿਕਾ ਪਾਣੀ ਨਹੀਂ ਪੀ ਰਹੀ ਸੀ। ਮੈਂ ਕਿਹਾ, ਪਾਣੀ ਪੀ ਲਾ, ਮੈਂ ਪਾਣੀ 'ਚ ਕੋਈ ਨਸ਼ੇ ਦੀ ਦਵਾਈ ਨਹੀਂ ਮਿਲਾਈ ਜਿਸ ਨੂੰ ਪੀ ਕੇ ਤੂੰ ਬੇਹੋਸ਼ ਹੋ ਜਾਵੇਂਗੀ ਅਤੇ ਮੈਂ ਤੈਨੂੰ ਇੱਥੇ ਲੈ ਕੇ ਫਰਾਰ ਹੋ ਜਾਊਂਗਾ। ਆਖਰਕਾਰ ਤੂੰ ਮੈਨੂੰ ਬਚਪਨ ਤੋਂ ਜਾਣਦੀ ਆ, ਇਸ ਲਈ ਮੇਰੇ ਉੱਤੇ ਭਰੋਸਾ ਰੱਖ। ਮੈਂ ਜਾਣਦਾ ਸੀ ਕਿ ਦੀਪਿਕਾ ਇਹ ਪਾਣੀ ਜ਼ਰੂਰ ਪੀਵੇਗੀ ਕਿਉਂਕਿ ਰੋ ਰੋ ਕੇ ਉਸ ਦਾ ਗਲਾ ਸੁੱਕ ਗਿਆ ਸੀ। ਉਸ ਨੂੰ ਪਾਣੀ ਦੀ ਜ਼ਰੂਰਤ ਸੀ। ਉਸ ਨੇ ਮੇਰੇ ਹੱਥ ਤੋਂ ਪਾਣੀ ਲੈ ਕੇ ਪੀ ਲਿਆ ਅਤੇ ਥੋੜ੍ਹੀ ਜਿਹੀ ਦੇਰ ਬਾਅਦ ਉਹ ਬੇਹੋਸ਼ ਹੋ ਗਈ। ਸੱਚ ਵਿੱਚ ਹੀ ਮੈਂ ਪਾਣੀ ਵਿੱਚ ਨਸ਼ੇ ਦੀ ਦਵਾਈ ਮਿਲਾ ਦਿੱਤੀ ਸੀ ਅਤੇ ਹੁਣ ਮੈਂ ਉਸ ਨੂੰ ਲੈ ਕੇ ਇੱਥੋਂ ਫਰਾਰ ਹੋਣ ਵਾਲਾ ਸੀ। ਮੈਂ ਉਸ ਨੂੰ ਲੈ ਕੇ ਇੰਨੀ ਦੂਰ ਆ ਗਿਆ ਕਿ ਜਿੱਥੋਂ ਤੱਕ ਮੇਰੇ ਭਰਾ ਭਾਬੀ ਵੀ ਨਹੀਂ ਪਹੁੰਚ ਸਕਦੇ ਸੀ। ਮੇਰੇ ਦੋਸਤ ਗੌਰਵ ਦਾ ਇੱਕ ਦੋਸਤ ਸੀ, ਉਸ ਦਾ ਘਰ ਛੋਟੇ ਜਿਹੇ ਪਿੰਡ 'ਚ ਬਣਿਆ ਹੋਇਆ ਸੀ। ਮੈਂ ਦੀਪਿਕਾ ਨੂੰ ਲੈ ਕੇ ਉੱਥੇ ਚਲਾ ਗਿਆ। ਗੌਰਵ ਨੇ ਆਪਣੇ ਦੋਸਤ ਨਾਲ ਇਸ ਬਾਰੇ ਵਿੱਚ ਗੱਲ ਕੀਤੀ। ਮੈਂ ਤੇ ਦੋਸਤ ਦੀਪਿਕਾ ਦੇ ਬਾਰੇ ਵਿੱਚ ਉਸ ਨੂੰ ਸਭ ਕੁਝ ਦੱਸ ਦਿੱਤਾ। ਉਹ ਸਭ ਸਾਨੂੰ ਕੁਝ ਦਿਨਾਂ ਦੇ ਲਈ ਆਪਣੇ ਘਰ ਵਿੱਚ ਜਗ੍ਹਾ ਦੇਣ ਦੇ ਲਈ ਤਿਆਰ ਹੋ ਗਿਆ। ਉਹ ਪਿੰਡ ਸਾਡੇ ਘਰ ਤੋਂ ਬਹੁਤ ਦੂਰ ਸੀ। ਮੈਂ ਦੀਪਿਕਾ ਨੂੰ ਲੈ ਕੇ ਉੱਥੇ ਬਣੇ ਹੋਏ ਘਰ ਵਿੱਚ ਚਲਿਆ ਗਿਆ ਅਤੇ ਦੀਪਿਕਾ ਨੂੰ ਬਿਸਤਰੇ 'ਤੇ ਲਿਟਾ ਦਿੱਤਾ। ਕਾਫੀ ਦੇਰ ਤੱਕ ਮੈਂ ਦੀਪਿਕਾ ਨੂੰ ਹੋਸ਼ ਵਿੱਚ ਆਉਣ ਦਾ ਇੰਤਜ਼ਾਰ ਕਰਦਾ ਰਿਹਾ। ਜਦੋਂ ਦੀਪਿਕਾ ਹੋਸ਼ ਵਿੱਚ ਆਈ ਤਾਂ ਉਹ ਪਹਿਚਾਨਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਉਹ ਕਿਹੜੀ ਜਗ੍ਹਾ 'ਤੇ ਆ ਗਈ ਆ ਅਤੇ ਉਹ ਆਪਣੇ ਦਿਮਾਗ 'ਤੇ ਜ਼ੋਰ ਪਾ ਰਹੀ ਸੀ ਕਿ ਆਖਰ ਉਸ ਨਾਲ ਅਜਿਹਾ ਕੀ ਹੋਇਆ। ਪਰ ਜਦੋਂ ਉਸ ਨੂੰ ਯਾਦ ਆਇਆ ਕਿ ਉਸ ਦੇ ਨਾਲ ਕੀ ਹੋਇਆ ਤਾਂ ਉਹ ਉੱਥੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗੀ। ਜਦੋਂ ਮੈਂ ਦੀਪਿਕਾ ਦਾ ਹੱਥ ਫੜ ਲਿਆ ਤਾਂ ਉਸ ਨੂੰ ਕਿਹਾ ਕਿ ਮੈਂ ਤੈਨੂੰ ਕਿਤੇ ਨਹੀਂ ਜਾਣ ਦੇਵਾਂਗਾ। ਹੁਣ ਤੂੰ ਮੇਰੇ ਹੱਥੋਂ ਇਸਤੇਮਾਲ ਹੋ ਚੁੱਕੀ ਆ। ਹੁਣ ਤੇਰੇ ਨਾਲ ਕੋਈ ਵੀ ਵਿਆਹ ਨਹੀਂ ਕਰ ਸਕਦਾ। ਤੇਰੀ ਮਜਬੂਰੀ ਬਣ ਗਈ ਆ ਮੇਰੇ ਨਾਲ ਵਿਆਹ ਕਰਨਾ। ਚੱਲ ਅਤੇ ਮੇਰੇ ਨਾਲ ਵਿਆਹ ਕਰ ਲਾ। ਥੋੜ੍ਹੀ ਹੀ ਦੇਰ ਵਿੱਚ ਆਪਾਂ ਦੋਹਾਂ ਦਾ ਵਿਆਹ ਮਹੂਰਤ। ਦੀਪਿਕਾ ਮੇਰੀ ਗੱਲ ਸੁਣ ਕੇ ਉੱਚੀ ਉੱਚੀ ਰੋਣ ਲੱਗੀ ਅਤੇ ਕਹਿਣ ਲੱਗੀ ਕਿ ਤੂੰ ਇਹ ਕੀ ਕਰ ਦਿੱਤਾ? ਤੂੰ ਧੋਖੇ ਨਾਲ ਮੇਰੇ ਨਾਲ ਇਹ ਸਭ ਕੀਤਾ ਅਤੇ ਮੈਂ ਤੈਨੂੰ ਕਦੇ ਮਾफ़ ਨਹੀਂ ਕਰੂੰਗੀ। ਉੱਧਰ ਦੀਦੀ ਅਤੇ ਜੀਜਾ ਜੀ ਸਭ ਲੋਕਾਂ ਦੇ ਸਾਹਮਣੇ ਬੇਇੱਜ਼ਤ ਹੋ ਰਹੇ ਸੀ। ਮੇਰੀ ਬਰਾਤ ਉੱਧਰ ਮੈਰਿਜ ਹਾਲ ਵਿੱਚ ਆ ਗਈ ਹੋਵੇਗੀ ਅਤੇ ਸਭ ਦੁਲਹਨ ਨੂੰ ਲੱਭ ਰਹੇ ਹੋਣਗੇ। ਮੈਂ ਕਿਹਾ, ਜੋ ਹੁੰਦਾ ਹੋ ਜਾਣ ਦੇ, ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਭਲਾ ਮੇਰੀ ਕਿਹੜਾ ਕਿਸੇ ਨੂੰ ਪਰਵਾਹ ਕੀਤੀ ਸੀ? ਮੈਨੂੰ ਤੇਰੇ ਤੋਂ ਉਮੀਦ ਸੀ ਕਿ ਤੂੰ ਮੈਨੂੰ ਮੁਹੱਬਤ ਕਰਦੀ ਆ, ਪਰ ਤੂੰ ਵੀ ਮੇਰੀ ਪਰਵਾਹ ਨਹੀਂ ਕੀਤੀ। ਤੇਰੀ ਇਹੀ ਸਜ਼ਾ ਹੈ। ਉਹ ਉੱਚੀ ਉੱਚੀ ਰੋਣ ਲੱਗੀ। ਉਹ ਮੈਨੂੰ ਨਫ਼ਰਤ ਦੀ ਨਜ਼ਰ ਨਾਲ ਦੇਖ ਰਹੀ ਸੀ। ਉਸ ਨੇ ਕਿਹਾ ਕਿ ਮੈਂ ਪਹਿਲਾਂ ਤੈਨੂੰ ਮੁਹੱਬਤ ਕਰਦੀ ਸੀ, ਪਰ ਹੁਣ ਮੈਂ ਤੈਨੂੰ ਸਿਰਫ ਨਫ਼ਰਤ ਕਰਨ ਲੱਗੀ ਆ। ਮੈਂ ਮਜਬੂਰੀ ਦੀ ਵਜ੍ਹਾ ਨਾਲ ਇਹ ਵਿਆਹ ਕਰ ਰਹੀ ਸੀ, ਪਰ ਹੁਣ ਕੁਝ ਨਹੀਂ ਹੋ ਸਕਦਾ। ਇੰਨੀ ਹੀ ਦੇਰ ਵਿੱਚ ਮੇਰੇ ਦੋਸਤ ਕਮਰੇ ਦਾ ਦਰਵਾਜ਼ਾ ਖੜਕਾਉਣ ਲੱਗਿਆ। ਜਦੋਂ ਮੈਂ ਉਸ ਦੀ ਗੱਲ ਸੁਣਨ ਦੇ ਲਈ ਗਿਆ ਤਾਂ ਉਹ ਕਹਿਣ ਲੱਗਿਆ, ਪੰਡਿਤ ਜੀ ਆ ਚੁੱਕੇ ਆ ਅਤੇ ਮਹੂਰਤ ਹੋ ਗਿਆ। ਮੈਂ ਜ਼ਬਰਦਸਤੀ ਦੀਪਿਕਾ ਦਾ ਹੱਥ ਫੜਿਆ ਅਤੇ ਉਸ ਦੇ ਨਾਲ ਵਿਆਹ ਕਰਨ ਦੇ ਲਈ ਉਸ ਪੰਡਿਤ ਦੇ ਕੋਲ ਚਲਿਆ ਗਿਆ। ਉਹ ਚੀਖ ਚੀਖ ਕੇ ਰੋ ਰਹੀ ਸੀ, ਕਹਿ ਰਹੀ ਸੀ ਕਿ ਆਪਾਂ ਨੂੰ ਇਸ ਤਰ੍ਹਾਂ ਵਿਆਹ ਨਹੀਂ ਕਰਨਾ ਚਾਹੀਦਾ। ਆਪਣੇ ਵਿਆਹ ਵਿੱਚ ਵੱਡਿਆਂ ਦੀ ਮੌਜੂਦਗੀ ਹੋਣੀ ਚਾਹੀਦੀ ਆ। ਪਲੀਜ਼ ਤੂੰ ਅਜਿਹਾ ਨਾ ਕਰ।
ਮੈਂ ਜਾਣਦਾ ਸੀ ਕਿ ਆਪਣੇ ਵੱਡੇ ਚਾਹੁੰਦੇ ਹੀ ਨਹੀਂ ਕਿ ਆਪਣੇ ਦੋਹਾਂ ਦਾ ਵਿਆਹ ਹੋ ਜਾਵੇ। ਫਿਰ ਅਜਿਹਾ ਪੋਸੀਬਲ ਨਹੀਂ, ਇਸ ਲਈ ਮੈਨੂੰ ਜ਼ਬਰਦਸਤੀ ਦੀਪਿਕਾ ਦੇ ਨਾਲ ਵਿਆਹ ਕਰ ਲਿਆ। ਪੰਡਿਤ ਜੀ ਵਿਆਹ ਕਰਵਾਉਣ ਤੇ ਬਾਅਦ ਜਾ ਚੁੱਕੇ ਸੀ, ਜਦ ਕਿ ਗੌਰਵ ਅਤੇ ਉਸਦਾ ਦੋਸਤ ਰਾਜ ਉੱਥੇ ਦੋਨੋਂ ਮੌਜੂਦ ਸੀ। ਇਹ ਦੋ ਕਮਰਿਆਂ ਵਾਲਾ ਘਰ ਸੀ। ਰਾਤ ਦੇ ਲਗਭਗ 2 ਵੱਜ ਰਹੇ ਸੀ ਤੇ ਦੋਨੋਂ ਕਹਿਣ ਲੱਗੇ ਕਾਫੀ ਰਾਤ ਹੋ ਚੁੱਕੀ ਆ, ਸਾਡਾ ਘਰ ਇੱਥੋਂ ਦੂਰ ਆ, ਅਸੀਂ ਵੀ ਇੱਥੋਂ ਸੁਬਾਹ ਚਲੇ ਜਾਵਾਂਗੇ। ਮੈਂ ਉਹਨਾਂ ਲੋਕਾਂ ਨੂੰ ਕਿਹਾ ਕਿ ਹਾਂ ਇੰਨੀ ਰਾਤ ਨੂੰ ਤੁਸੀਂ ਕਿੱਥੇ ਜਾਓਗੇ, ਇੱਥੇ ਹੀ ਠੀਕ ਆ। ਵੈਸੇ ਵੀ ਉਹਨਾਂ ਲੋਕਾਂ ਦੇ ਦੀਪਿਕਾ ਨਾਲ ਮੇਰਾ ਵਿਆਹ ਕਰਵਾਉਣ 'ਚ ਮੇਰੀ ਬਹੁਤ ਮਦਦ ਕੀਤੀ ਸੀ, ਇਸ ਲਈ ਮੈਂ ਉਹਨਾਂ ਨੂੰ ਕਿਹਾ ਕਿ ਸੁਬਾਹ ਆਰਾਮ ਨਾਲ ਚਲੇ ਜਾਇਓ। ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਤੇ ਉਹਨਾਂ ਨੇ ਕਿਹਾ ਕਿ ਦੋਸਤੀ 'ਚ ਤਾਂ ਇੰਨਾ ਚੱਲਦਾ। ਬਾਕੀ ਮੈਂ ਬਹੁਤ ਖੁਸ਼ ਸੀ, ਜ਼ਬਰਦਸਤੀ ਹੀ ਸਹੀ ਪਰ ਮੈਨੂੰ ਮੇਰੀ ਮੁਹੱਬਤ ਮਿਲ ਗਈ ਸੀ। ਵਿਆਹ ਹੋਣ ਦੇ ਬਾਅਦ ਦੀਪਿਕਾ ਨੇ ਖੁਦ ਨੂੰ ਕਮਰੇ ਵਿੱਚ ਬੰਦ ਕਰ ਲਿਆ। ਮੈਂ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਉਹ ਖੋਲ੍ਹ ਹੀ ਨਹੀਂ ਰਹੀ ਸੀ, ਬਹੁਤ ਨਾਰਾਜ਼ ਸੀ, ਕਮਰੇ ਵਿੱਚ ਬੈਠੀ ਰੋ ਰਹੀ ਸੀ। ਮੈਂ ਹੁਣ ਉਹਨਾਂ ਲੋਕਾਂ ਦੇ ਨਾਲ ਉੱਪਰ ਵਾਲੇ ਕਮਰੇ ਵਿੱਚ ਮੌਜੂਦ ਸੀ ਕਿਉਂਕਿ ਉਹ ਸਾਰੀ ਰਾਤ ਉੱਥੇ ਹੀ ਗੁਜ਼ਾਰਨ ਵਾਲੇ ਸੀ। ਉਹਨਾਂ ਨੇ ਮੈਨੂੰ ਸਮਝਾਇਆ ਕਿ ਹੁਣ ਤੇਰੀ ਪਤਨੀ ਗੁੱਸੇ ਵਿੱਚ ਆ, ਉਸ ਦੇ ਨਾਲ ਜ਼ਬਰਦਸਤੀ ਨਾ ਕਰੀਂ, ਹੋਰ ਨਾ ਕਿਤੇ ਉਹ ਕੋਈ ਗਲਤ ਕਦਮ ਚੁੱਕ ਲਵੇ, ਉਹ ਮਾਸੂਮ ਕੁੜੀ ਆ। ਮੈਂ ਉਹਨਾਂ ਦੀ ਗੱਲ ਚੰਗੀ ਤਰ੍ਹਾਂ ਨਾਲ ਸਮਝ ਗਿਆ ਸੀ। ਮੇਰਾ ਦੋਸਤ ਤੇ ਰਾਜ ਜਿਸ ਦੇ ਘਰ ਵਿੱਚ ਮੈਂ ਰਹਿੰਦਾ ਸੀ, ਉਸਨੇ ਕਿਹਾ ਕਿ ਅੱਜ ਤਾਂ ਬਹੁਤ ਵੱਡਾ ਤੇਰੇ ਲਈ ਸੈਲੀਬ੍ਰੇਸ਼ਨ ਦਾ ਦਿਨ ਆ, ਤੂੰ ਚਿੱਲ ਕਰ। ਉਹ ਡਰਿੰਕ ਲੈ ਕੇ ਆਇਆ ਪਰ ਮੈਂ ਡਰਿੰਕ ਨਹੀਂ ਕਰਦਾ ਸੀ। ਮੈਂ ਉਸਨੂੰ ਸਾਫ਼-ਸਾਫ਼ ਮਨਾ ਕਰ ਦਿੱਤਾ ਪਰ ਉਹਨਾਂ ਦੋਹਾਂ ਨੇ ਖੁਸ਼ੀ ਦੇ ਮੌਕੇ ਉੱਤੇ ਮੈਨੂੰ ਜ਼ਬਰਦਸਤੀ ਪਿਲਾ ਦਿੱਤੀ ਤੇ ਮੈਨੂੰ ਇੰਨਾ ਨਸ਼ਾ ਚੜ੍ਹ ਗਿਆ ਕਿ ਮੈਨੂੰ ਆਪਣਾ ਹੋਸ਼ ਹੀ ਨਹੀਂ ਰਿਹਾ। ਬਸ ਮੈਨੂੰ ਇੰਨਾ ਦਿਖਾਈ ਦੇ ਰਿਹਾ ਸੀ ਕਿ ਉਹ ਦੋਨੋਂ ਮੈਨੂੰ ਅਜਿਹੀ ਹਾਲਤ ਵਿੱਚ ਦੇਖ ਕੇ ਬੜੀ ਉੱਚੀ ਹੱਸ ਰਹੇ ਸੀ। ਥੋੜ੍ਹੀ ਦੇਰ ਲੰਘੀ ਕਿ ਮੈਂ ਆਪਣੀਆਂ ਦੋਵੇਂ ਅੱਖਾਂ ਬੰਦ ਕਰਕੇ ਨਸ਼ੇ ਦੀ ਹਾਲਤ ਵਿੱਚ ਗਹਿਰੀ ਨੀਂਦ ਵਿੱਚ ਸੌਂ ਚੁੱਕਿਆ ਸੀ। ਪਰ ਜਦੋਂ ਸੁਬਾਹ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਘਬਰਾ ਗਿਆ। ਮੈਂ ਚਾਰੋਂ ਪਾਸੇ ਦੇਖਿਆ ਪਰ ਗੌਰਵ ਅਤੇ ਰਾਜ ਮੈਨੂੰ ਕਿਤੇ ਵੀ ਦਿਖਾਈ ਨਹੀਂ ਦੇ ਰਹੇ ਸੀ। ਫਿਰ ਅਚਾਨਕ ਮੈਨੂੰ ਦੀਪਿਕਾ ਦਾ ਖਿਆਲ ਆਇਆ ਤੇ ਮੈਂ ਭੱਜਦੇ ਹੋਏ ਹੇਠਾਂ ਵਾਲੇ ਪੋਰਸ਼ਨ ਵਿੱਚ ਗਿਆ। ਮੈਂ ਦੇਖਿਆ ਕਿ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ। ਮੈਂ ਜਿਵੇਂ ਹੀ ਕਮਰੇ ਦੇ ਅੰਦਰ ਗਿਆ ਤਾਂ ਇਹ ਦੇਖ ਕੇ ਮੇਰੇ ਹੋਸ਼ ਉੱਡ ਗਏ ਕਿ ਦੀਪਿਕਾ ਉੱਥੇ ਮੌਜੂਦ ਨਹੀਂ ਸੀ ਅਤੇ ਨਾ ਹੀ ਉਹ ਦੋਨੋਂ ਦੋਸਤ ਮੌਜੂਦ ਸੀ। ਦੀਪਿਕਾ ਕਿੱਥੇ ਚਲੀ ਗਈ ਸੀ? ਮੈਂ ਘਰ ਤੋਂ ਬਾਹਰ ਨਿਕਲਿਆ ਤਾਂ ਇਹ ਦੇਖਿਆ ਕਿ ਦਰਵਾਜ਼ੇ ਉੱਤੇ 2 ਲੰਮੇ ਚੌੜੇ ਮਰਦ ਖੜ੍ਹੇ ਸੀ। ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਕੌਣ ਆ ਲੜਕੇ, ਤੇਰਾ ਵਕਤ ਪੂਰਾ ਹੋ ਚੁੱਕਿਆ, ਹੁਣ ਤੂੰ ਇੱਥੋਂ ਜਾ ਸਕਦਾ। ਮੈਂ ਹੈਰਾਨੀ ਨਾਲ ਉਹਨਾਂ ਨੂੰ ਦੇਖਿਆ ਤੇ ਕਿਹਾ ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ, ਕਿਸ ਤਰ੍ਹਾਂ ਦਾ ਵਕਤ, ਮੈਂ ਕਿੱਥੇ ਜਾਵਾਂ, ਇਹ ਮੇਰੇ ਦੋਸਤ ਦਾ ਘਰ ਆ, ਮੈਂ ਇੱਥੇ 10 ਦਿਨ ਰੁਕਣ ਦੇ ਲਈ ਆਇਆ। ਤਾਂ ਉਹਨਾਂ ਨੇ ਕਿਹਾ ਤੇਰੇ ਦੋਸਤ ਦਾ ਘਰ ਨਹੀਂ ਬਲਕਿ ਇਹ ਸਾਡੇ ਪਿੰਡ ਦਾ ਇੱਕ ਅਜਿਹਾ ਘਰ ਆ ਜਿੱਥੇ ਮੁਸਾਫਰ ਲੋਕ ਰਾਤ ਗੁਜ਼ਾਰਨ ਦੇ ਲਈ ਆਉਂਦੇ ਆ, ਬਲਕਿ ਇਸ ਘਰ ਨੂੰ ਕਿਰਾਏ 'ਤੇ ਲੈਂਦੇ ਆ। ਮੈਂ ਕਿਹਾ ਪਰ ਮੈਂ ਇਸ ਨੂੰ ਕਿਰਾਏ 'ਤੇ ਨਹੀਂ ਲਿਆ, ਇਹ ਸੱਚ ਆ ਮੇਰੇ ਦੋਸਤ ਦਾ ਘਰ ਆ। ਉਹਨਾਂ ਨੇ ਕਿਹਾ ਜ਼ਿਆਦਾ ਹੁਸ਼ਿਆਰੀ ਦਿਖਾਉਣ ਦੀ ਜ਼ਰੂਰਤ ਨਹੀਂ, ਤੇਰੇ ਦੋਸਤ ਇੱਥੋਂ ਜਾ ਚੁੱਕੇ ਆ, ਉਹਨਾਂ ਨੇ ਪੂਰੀ ਰਾਤ ਦੀ ਕੀਮਤ ਵੀ ਸਾਨੂੰ ਦੇ ਦਿੱਤੀ ਆ, ਹੁਣ ਤੂੰ ਇੱਥੋਂ ਜਾ ਸਕਦਾ। ਮੈਂ ਕਿਹਾ ਪਰ ਮੇਰੇ ਦੋਸਤ ਕਿੱਥੇ ਚਲੇ ਗਏ, ਮੈਂ ਤਾਂ ਆਪਣੀ ਪਤਨੀ ਨੂੰ ਵੀ ਇੱਥੇ ਲੈ ਕੇ ਆਇਆ ਸੀ। ਉਹਨਾਂ ਨੇ ਕਿਹਾ ਕਿ ਅਸੀਂ ਇਹ ਨਹੀਂ ਜਾਣਦੇ ਪਰ ਤੇਰੇ ਦੋਸਤਾਂ ਨੇ ਕੱਲ੍ਹ ਰਾਤ ਇੱਥੇ ਆ ਕੇ ਕਿਹਾ ਸੀ ਕਿ ਉਹ ਰਸਤਾ ਭਟਕ ਗਏ ਆ ਤੇ ਰਾਤ ਗੁਜ਼ਾਰਨ ਦੇ ਲਈ ਉਹਨਾਂ ਨੂੰ ਇੱਕ ਰਾਤ ਦੇ ਲਈ ਕਮਰਾ ਚਾਹੀਦਾ, ਉਹ ਇਸ ਦੀ ਕੀਮਤ ਦੇਣ ਦੇ ਲਈ ਤਿਆਰ ਵੀ ਹਨ। ਸੁਬਾਹ ਲੋਕ ਇਹ ਘਰ ਖਾਲੀ ਕਰ ਦੇਣਗੇ। ਤੇਰੇ ਦੋਸਤ ਜਾ ਚੁੱਕੇ ਆ ਤੇ ਤੂੰ ਹੁਣ ਇੱਥੇ ਕੀ ਕਰ ਰਿਹਾ? ਮੈਂ ਉਹਨਾਂ ਨੂੰ ਚਿਲਾ ਕੇ ਕਹਿ ਰਿਹਾ ਸੀ ਕਿ ਆਖਰ ਇਹ ਸਭ ਕੀ ਹੋ ਰਿਹਾ, ਮੈਂ ਕੁਝ ਨਹੀਂ ਜਾਣਦਾ, ਸਿਰਫ ਮੈਨੂੰ ਇੰਨਾ ਦੱਸ ਦਿਓ ਕਿ ਮੇਰੀ ਪਤਨੀ ਕਿੱਥੇ ਆ। ਉਹ ਲੋਕ ਕਹਿਣ ਲੱਗੇ ਤੇਰੀ ਪਤਨੀ ਨੂੰ ਨਹੀਂ ਜਾਣਦੇ। ਕਿਹੜੀ ਪਤਨੀ, ਕਿਹੋ ਜਿਹੀ ਪਤਨੀ? ਮੈਂ ਤਾਂ ਇਹ ਗੱਲ ਸੁਣ ਕੇ ਪਾਗਲ ਹੋ ਗਿਆ। ਮੈਂ ਪੂਰੇ ਪਿੰਡ ਵਿੱਚ ਦੀਪਿਕਾ ਦੀ ਤਲਾਸ਼ ਕਰਨ ਦੀ ਕੋਸ਼ਿਸ਼ ਕਰ ਲਈ ਸੀ। ਮੈਨੂੰ ਰਹਿ ਕੇ ਗੌਰਵ ਅਤੇ ਰਾਜ 'ਤੇ ਗੁੱਸਾ ਆ ਰਿਹਾ ਸੀ ਕਿ ਇਹ ਲੋਕ ਮੈਨੂੰ ਛੱਡ ਕੇ ਕਿੱਥੇ ਚਲੇ ਗਏ। ਮੈਂ ਉਹਨਾਂ ਲੋਕਾਂ ਦਾ ਨੰਬਰ ਵੀ ਟਰਾਈ ਕੀਤਾ ਪਰ ਉਹਨਾਂ ਦੋਹਾਂ ਦਾ ਨੰਬਰ ਸਵਿਚ ਆਫ ਆ ਰਿਹਾ ਸੀ ਤੇ ਨਾ ਹੀ ਮੈਨੂੰ ਦੀਪਿਕਾ ਦਾ ਕੁਝ ਪਤਾ ਚੱਲ ਰਿਹਾ ਸੀ। 2 ਦਿਨ ਤੱਕ ਮੈਂ ਦੀਪਿਕਾ ਨੂੰ ਪੂਰੇ ਪਿੰਡ ਵਿੱਚ ਲੱਭਦਾ ਰਿਹਾ ਤੇ ਉਹ ਲੋਕ ਮੇਰੀ ਗੱਡੀ ਵੀ ਲੈ ਗਏ। ਮੈਂ ਇੱਥੇ ਬੁਰੀ ਤਰ੍ਹਾਂ ਫਸ ਕੇ ਰਹਿ ਗਿਆ। ਮੇਰੇ ਕੋਲ ਪੈਸੇ ਵੀ ਨਹੀਂ ਸਨ ਕਿਉਂਕਿ ਉਹ ਲੋਕ ਮੇਰਾ ਵਾਇਲਟ ਵੀ ਲੈ ਕੇ ਜਾ ਚੁੱਕੇ ਸੀ। ਉਹਨਾਂ ਲੋਕਾਂ ਨੇ ਮੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ। ਮੈਨੂੰ ਸਭ ਤੋਂ ਜ਼ਿਆਦਾ ਫਿਕਰ ਦੀਪਿਕਾ ਦੀ ਹੋ ਰਹੀ ਸੀ। ਫਿਰ ਮੈਂ ਜਿਵੇਂ ਤਿਵੇਂ ਕਰਕੇ ਆਪਣੇ ਸ਼ਹਿਰ ਪਹੁੰਚ ਗਿਆ। ਉੱਥੇ ਜਾਣ ਤੋਂ ਬਾਅਦ ਮੈਨੂੰ ਆਪਣਾ ਘਰ ਯਾਦ ਆਇਆ। ਮੈਨੂੰ ਲੱਗਿਆ ਕਿਤੇ ਦੀਪਿਕਾ ਘਰ ਵਾਪਸ ਨਾ ਚਲੀ ਗਈ ਹੋਵੇ ਪਰ ਮੇਰੇ ਘਰ ਜਾਣ ਦੀ ਹਿੰਮਤ ਨਹੀਂ ਹੋ ਰਹੀ ਸੀ ਕਿਉਂਕਿ ਦੀਪਿਕਾ ਨੂੰ ਮੈਂ ਆਪਣੇ ਨਾਲ ਲੈ ਕੇ ਗਿਆ ਸੀ। ਹੁਣ ਮੈਂ ਘਰ ਜਾ ਕੇ ਆਪਣੇ ਭਰਾ ਭਾਬੀ ਨੂੰ ਕੀ ਦੱਸਦਾ ਕਿ ਦੀਪਿਕਾ ਨੂੰ ਮੈਂ ਕਿੱਥੇ ਛੱਡ ਕੇ ਆਇਆ। ਮੇਰੀ ਕੁਝ ਸਮਝ 'ਚ ਨਹੀਂ ਆ ਰਿਹਾ ਸੀ। ਮੈਂ ਬਹੁਤ ਹੀ ਸ਼ਰਮਿੰਦਾ ਹੋ ਰਿਹਾ ਸੀ ਕਿ ਮੇਰੀ ਪਤਨੀ ਨੇ ਉਸ ਰਾਤ ਨਾ ਜਾਣੇ ਕਿੰਨੀ ਤਕਲੀਫ ਸਹੀ ਹੋਵੇਗੀ। ਉਸ ਨੇ ਮਦਦ ਦੇ ਲਈ ਮੈਨੂੰ ਬੁਲਾਇਆ ਹੋਵੇਗਾ ਪਰ ਮੈਂ ਤਾਂ ਨਸ਼ੇ ਵਿੱਚ ਧੁੱਤ ਸੀ। ਮੈਨੂੰ ਆਪਣਾ ਕੁਝ ਹੋਸ਼ ਨਹੀਂ ਸੀ। ਇਹ ਗੱਲ ਮੈਂ ਆਪਣੇ ਭਰਾ ਭਾਬੀ ਨੂੰ ਵੀ ਜਾ ਕੇ ਨਹੀਂ ਦੱਸ ਸਕਦਾ ਸੀ।
ਫਿਰ ਮੈਂ ਫੈਸਲਾ ਕੀਤਾ ਕਿ ਮੈਂ ਹੁਣ ਘਰ ਨਹੀਂ ਜਾਵਾਂਗਾ। ਮੈਂ ਕਿਸੇ ਹੋਰ ਸ਼ਹਿਰ ਵਿੱਚ ਚਲਿਆ ਗਿਆ ਅਤੇ ਉੱਥੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਇਸ ਗੱਲ ਨੂੰ 15 ਸਾਲ ਹੋ ਗਏ ਅਤੇ ਮੈਂ ਹਾਲੇ ਤੱਕ ਦੀਪਿਕਾ ਦਾ ਕੁਝ ਪਤਾ ਨਹੀਂ ਲਗਾ ਸਕਿਆ ਅਤੇ ਨਾ ਹੀ ਮੈਂ ਆਪਣੇ ਭਰਾ ਭਾਬੀ ਦੇ ਕੋਲ ਗਿਆ। ਮੈਨੂੰ ਆਪਣੇ ਦੋਸਤਾਂ ਉੱਤੇ ਗੁੱਸਾ ਆਉਂਦਾ ਕਿ ਉਹਨਾਂ ਨੇ ਮੇਰੇ ਨਾਲ ਅਜਿਹਾ ਕਿਉਂ ਕੀਤਾ। ਉਹ ਤਾਂ ਮੇਰੇ ਜਿਗਰੀ ਯਾਰ ਸੀ, ਪਰ ਸੋਚਦਾ ਕਿ ਜਦੋਂ ਮੈਂ ਦੀਪਿਕਾ ਤੇ ਆਪਣੇ ਭਰਾ ਭਾਬੀ ਨਾਲ ਅਜਿਹਾ ਕੀਤਾ ਸੀ ਤਾਂ ਮੇਰੇ ਨਾਲ ਅਜਿਹਾ ਹੋਣਾ ਹੀ ਸੀ। ਉਸ ਦਿਨ ਦੇ ਬਾਅਦ ਮੈਂ ਕਦੇ ਕਿਸੇ ਤੇ ਵਿਸ਼ਵਾਸ ਨਹੀਂ ਕੀਤਾ। ਸੋ ਦੋਸਤੋ, ਉਮੀਦ ਆ ਕਿ ਤੁਹਾਨੂੰ ਮੇਰੀ ਇਹ ਕਹਾਣੀ ਸੁਣ ਕੇ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ। ਮੈਨੂੰ ਸਮਝ ਨਹੀਂ ਆ ਰਿਹਾ ਕਿ ਇਸ ਵਿੱਚ ਕਸੂਰ ਕਿਸ ਦਾ ਸੀ, ਮੇਰਾ ਜਾਂ ਮੇਰੇ ਭਰਾ ਭਾਬੀ ਦਾ ਜਾਂ ਮੇਰੇ ਦੋਸਤਾਂ ਦਾ।